ਕੈਨੇਡਾ ਜਾਣ ਨੂੰ ਲੈ ਕੇ ਤੁਸੀਂ ਚਾਹਵਾਨ ਹੈਗੇ ਹੋ, ਲੇਟੈਸਟ ਅਪਡੇਟਸ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਕੀ ਕਰੰਟ ਸਿਨੈਰੀਓ ਚੱਲ ਰਿਹਾ ਹੈ, ਕਿ ਜਿਹੜੀਆਂ ਲੇਟੈਸਟ ਅਪਡੇਟ ਕੁਝ ਦਿਨ ਪਹਿਲਾਂ ਆਈਆਂ ਸੀਗੀਆਂ 10 ਅਗਸਤ ਵਾਲੀਆਂ, ਉਹਨਾਂ ਦੇ ਉੱਪਰ ਕੰਸਲਟੈਂਟ ਫੋਕਸ ਕਰ ਰਿਹਾ ਜਾਂ ਫਿਰ ਨਹੀਂ, ਸਟੂਡੈਂਟ ਜਿਹੜਾ ਹੈ ਉਹ ਇਸ ਟਾਈਮ ਚਿੰਤਾ ਦੇ ਵਿੱਚ ਹੈਗਾ ਕਿ ਨਹੀਂ, ਸਾਰੀ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਮੇਰੇ ਨਾਲ ESS ਗਲੋਬਲ ਤੋਂ ਮੈਡਮ ਸ਼ਿਵਾਨੀ ਮੌਜੂਦ ਨੇ। ਮੈਂ ਹਾਂ ਮਨਦੀਪ ਤੇ ਤੁਸੀਂ ਦੇਖ ਰਹੇ ਹੋ ਉਡਾਰੀ ਵਿਦੇਸ਼ਾਂ ਨੂੰ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ? ਬਿਲਕੁਲ ਜੀ, ਇਹ ਸਾਡਾ ਪ੍ਰੋਗਰਾਮ ਹੈ, ਤੁਸੀਂ ਇਸ ਦੇ ਤਹਿਤ ਸਾਡੇ ਨਾਲ ਜੁੜ ਸਕਦੇ ਹੋ। ਸਕਰੀਨ ਦੇ ਹੇਠਾਂ ਅਸੀਂ ਨੰਬਰ ਤੁਹਾਡੇ ਨਾਲ ਸਾਂਝੇ ਕਰਦੇ ਪਏ ਹਾਂ। ਸਾਡੀ ਕੋਈ ਕੋਸ਼ਿਸ਼ ਹੁੰਦੀ ਹੈ ਕਿ ਹਰ ਵਾਰ ਤੁਹਾਡੀ ਐਕਸਪਰਟਸ ਨਾਲ ਮੁਲਾਕਾਤ ਕਰਾਈਏ ਤਾਂ ਕਿ ਤੁਹਾਨੂੰ ਘਰ ਬੈਠਿਆਂ ਰਾਈਟ ਇਨਫੋਰਮੇਸ਼ਨ ਜਿਹੜੀ ਆ ਉਹ ਮਿਲ ਸਕੇ। ਸੋ ਅੱਜ ਕੈਨੇਡਾ ਦੀ ਗੱਲ ਰਹੇਗੀ, ਡੀਪ ਡਿਸਕਸ਼ਨ ਕੈਨੇਡਾ ਨੂੰ ਲੈ ਕੇ ਕਰਾਂਗੇ। ਕੌਣ ਜਾ ਸਕਦਾ ਹੈ, ਕੀ ਇਹਨਾਂ ਨੂੰ ਅਪਲਾਈ ਕਰਨਾ ਚਾਹੀਦਾ ਹੈ, ਕਿਹੜੇ ਕੋਰਸ ਦੇ ਵਿੱਚ ਹਾਲੇ ਵੀ ਸੈਪਟੈਂਬਰ ਇਨਟੇਕਸ ਦੇ ਲਈ ਸੀਟਸ ਅਵੇਲੇਬਲ ਨੇ, ਕੀ ਜਨਵਰੀ ਇਨਟੇਕ ਬਾਰੇ ਜਿਨ੍ਹਾਂ ਨੇ ਅਪਲਾਈ ਕਰਨਾ ਹੈ ਉਹਨਾਂ ਨੂੰ ਹੁਣੇ ਸੋਚਣਾ ਚਾਹੀਦਾ ਹੈ ਜਾਂ ਫਿਰ ਉਹਨਾਂ ਨੂੰ 2-4 ਮਹੀਨੇ ਇੰਤਜ਼ਾਰ ਕਰਨ 'ਚ ਹੀ ਉਹਨਾਂ ਦੀ ਭਲਾਈ ਹੈ। ਸਾਰੀ ਗੱਲਬਾਤ ਰਹੇਗੀ। ਕਰੰਟ ਸਿਨੈਰੀਓ ਤੋਂ ਸ਼ੁਰੂਆਤ ਕਰਨਾ ਚਾਹੂੰਗੀ। ਸੋ ਮੈਡਮ, ਅੱਜ ਦੀ ਤਾਰੀਖ ਦੇ ਵਿੱਚ ਕੈਨੇਡਾ ਦਾ ਕਰੰਟ ਸਿਨੈਰੀਓ ਕਿਸ ਤਰੀਕੇ ਦਾ ਚੱਲਦਾ ਪਿਆ ਹੈ? ਜਿਹੜੇ ਵੀ ਸਟੂਡੈਂਟ ਨੇ ਹੁਣ ਤੱਕ ਅਪਲਾਈ ਕੀਤਾ, ਵੀਜ਼ਾ ਕਿੰਨਾ ਕੁ ਦੇਖਣ ਨੂੰ ਮਿਲਿਆ ਸਟੂਡੈਂਟਸ ਤੋਂ? ਅਗਰ ਮੈਂ ਕਰੰਟ ਸਿਨੈਰੀਓ ਦੀ ਗੱਲ ਕਰਾਂ ਤੇ ਕੈਨੇਡਾ ਹੁਣ ਬਹੁਤ ਹੀ ਵੈਲਕਮ ਹੋ ਰਿਹਾ ਹੈ। ਅਗਰ ਆਪਾਂ ਗੱਲ ਕਰੀਏ ਓਪਨ ਵਰਕ ਪਰਮਿਟ ਨੂੰ ਲੈ ਕੇ, PR ਨੂੰ ਲੈ ਕੇ ਜਾਂ ਸਟੂਡੈਂਟ ਵੀਜ਼ਾ ਨੂੰ ਲੈ ਕੇ, ਕੈਨੇਡਾ ਦੇ ਵਿੱਚ ਵੀਜ਼ਾ ਸਕਸੈਸ ਰੇਟ ਇਸ ਟਾਈਮ ਤੇ ਬਹੁਤ ਅੱਛਾ ਚੱਲ ਰਿਹਾ ਹੈ। ਦੇ ਆਰ ਵੈਲਕਮਿੰਗ ਨਾਓ ਐਂਡ 91%, ਅਗਰ ਮੈਂ ਸਟੱਡੀ ਵੀਜ਼ਾ ਦੀ ਗੱਲ ਕਰਾਂ 91% ਵੀਜ਼ਾ ਸਕਸੈਸ ਰੇਟ ਇਸ ਟਾਈਮ ਤੇ ਚੱਲ ਰਿਹਾ ਹੈ। ਸੋ ਕੈਨੇਡਾ ਵੀ ਕਿਤੇ ਨਾ ਕਿਤੇ ਚਾਹੁੰਦਾ ਹੈ ਕਿ ਉਹਨਾਂ ਕੋਲ ਦੇਰ ਆਰ ਐਂਪਲ ਨੰਬਰ ਆਫ ਜੌਬਸ ਆਰ ਅਵੇਲੇਬਲ ਇਨ ਕੈਨੇਡਾ, ਤੇ ਉਹ ਵੀ ਕਿਤੇ ਨਾ ਕਿਤੇ ਚਾਹੁੰਦੇ ਨੇ ਕਿ ਸਾਡੇ ਕੋਲ ਇੱਥੇ ਇੰਟਰਨੈਸ਼ਨਲ ਸਟੂਡੈਂਟ ਆਣ ਔਰ ਉੱਥੇ ਆ ਕੇ ਸਟੱਡੀ ਕਰਨ ਤੇ ਉੱਥੇ ਉਹਨਾਂ ਦੇ ਹੀ ਪ੍ਰੋਵਿੰਸ ਵਿੱਚ ਰਹਿ ਕੇ ਉੱਥੇ ਹੀ ਕੰਮ ਕਰਨ, ਕਿਉਂਕਿ ਉਹਨਾਂ ਨੂੰ ਲੇਬਰ ਮਾਰਕੀਟ ਦੇ ਵਿੱਚ ਬਹੁਤ ਸਾਰਾ ਜੌਬਸ ਓਪਨ ਨੇ ਬਟ ਉਹਨਾਂ ਦੇ ਕੋਲ ਲੇਬਰ ਅਵੇਲੇਬਲ ਨਹੀਂ ਹੈ। ਠੀਕ ਹੈ। ਇਸ ਟਾਈਮ ਦੇ ਉੱਪਰ ਆਪਾਂ ਇਹ ਤਾਂ ਕਹਿ ਸਕਦੇ ਹਾਂ ਕਿ ਕੈਨੇਡਾ ਹੁਣ ਬਹੁਤ ਹੀ ਵੈਲਕਮਿੰਗ ਮੋਡ ਦੇ ਵਿੱਚ ਹੈ। ਜਿੱਦਾਂ ਆਪਾਂ ਕਰੋਨਾ ਟਾਈਮ ਦੇ ਉੱਪਰ ਦੇਖਿਆ ਸੀਗਾ ਕਿ ਜਿੱਦਾਂ UK ਨੇ ਭਰਮਾਰ ਦਿੱਤੀ ਸੀ ਵੀਜ਼ਿਆਂ ਦੀ, ਤਾਂ ਆਪਾਂ ਉਸ ਆਧਾਰ 'ਤੇ ਕਹਿ ਸਕਦੇ ਹਾਂ ਕਿ ਜਿਸ ਤਰੀਕੇ ਨਾਲ ਕੈਨੇਡਾ ਨੇ ਆਪਣੇ ਰੂਲਸ ਦੇ ਵਿੱਚ ਕੁਝ ਤਬਦੀਲੀਆਂ ਕੀਤੀਆਂ, ਚਾਹੇ ਉਹਨੇ PNP ਪ੍ਰੋਗਰਾਮਸ ਜਿਹੜੇ ਹੈ ਉਹਨਾਂ ਦੇ ਵਿੱਚ ਜੇ ਆਪਾਂ ਪੁਆਇੰਟਸ ਦੀ ਗੱਲ ਕਰੀਏ, ਉਹ ਜਿਹੜੇ ਪੁਆਇੰਟਸ ਘਟਾਏ ਨੇ, ਆਪਾਂ ਐਕਸਪ੍ਰੈਸ ਐਂਟਰੀ ਦੀ ਗੱਲ ਕਰੀਏ ਜਾਂ ਫਿਰ ਆਪਾਂ ਸਟੂਡੈਂਟ ਵੀਜ਼ਾ ਦੀ ਗੱਲ ਕਰੀਏ, ਤਾਂ ਹਰੇਕ ਚੀਜ਼ 'ਚ ਕਿਤੇ ਨਾ ਕਿਤੇ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਕਿ ਹੁਣ ਕੈਨੇਡਾ ਬਹੁਤ ਹੀ ਖਿੜੇ ਮੱਥੇ ਨਾਲ ਇੰਟਰਨੈਸ਼ਨਲ ਸਟੂਡੈਂਟ ਦਾ ਵੈਲਕਮ ਕਰੇਗਾ। ਸੋ ਉਹਦੇ ਪ੍ਰਤੀ ਤੁਸੀਂ ਕੀ ਕਹਿਣਾ ਚਾਹੋਗੇ? ਕੈਨੇਡਾ ਦੇ ਵਿੱਚ ਹੁਣ ਜਿਹੜੀਆਂ ਨਵੀਆਂ ਅਪਡੇਟਸ ਆਈਆਂ ਨੇ ਜੋ 10th of ਅਗਸਤ ਤੋਂ ਬਾਅਦ ਇੰਪਲੀਮੈਂਟ ਹੋਣਗੀਆਂ, ਉਹਨਾਂ ਨੇ 4 ਇੰਗਲਿਸ਼ ਲੈਂਗੁਏਜਸ ਨੂੰ ਐਡ ਕੀਤਾ ਹੈ SDS ਕੈਟਾਗਰੀ ਦੇ ਵਿੱਚ, ਐਂਡ ਵਿਚ ਇਜ਼ ਕਮੈਂਡੇਬਲ। ਲਾਈਕ ਓਵਰਆਲ 6 ਬੈਂਡ IELTS ਦੇ ਵਿੱਚ ਹਲੇ ਤੱਕ ਇਨਫੋਰਮੇਸ਼ਨ ਇਹੀ ਹੈ ਜੋ ਰੂਮਰਸ ਇੰਡਸਟਰੀ ਦੇ ਵਿੱਚ ਫੈਲ ਰਹੇ ਨੇ ਕਿ ਓਵਰਆਲ 6 ਬੈਂਡ ਸਕੋਰ ਮੈਟਰ ਕਰਨਗੇ। ਹਾਲਾਂਕਿ ਇਹ 10th of ਅਗਸਤ ਤੋਂ ਬਾਅਦ ਪਤਾ ਚੱਲੇਗਾ ਕਿ 5.5 ਵਾਲੇ ਸਟੂਡੈਂਟ ਜੋ ਕਿਸੇ ਨਾ ਕਿਸੇ ਮੋਡਿਊਲ ਦੇ ਵਿੱਚ 5.5 ਰਹਿ ਜਾਂਦੇ ਨੇ ਉਹਨਾਂ ਦੇ, ਕਿਆ ਉਹ SDS ਕੈਟਾਗਰੀ ਦੇ ਵਿੱਚ ਅਪਲਾਈ ਕਰਨਗੇ? ਐਂਡ PTE ਸਕੋਰ ਓਵਰਆਲ 60 ਨਾਓ SDS ਕੈਟਾਗਰੀ ਦੇ ਵਿੱਚ ਆ ਰਿਹਾ ਹੈ। ਸੋ ਕਿਤੇ ਨਾ ਕਿਤੇ ਉਹ ਸਾਰੇ ਸਟੂਡੈਂਟਸ ਦੇ ਲਈ ਖੁਸ਼ਖਬਰੀ ਹੈ ਜੋ PT ਦਾ ਐਗਜ਼ਾਮ ਦਿੰਦੇ ਨੇ, ਐਂਡ ਉਹਨਾਂ ਨੂੰ ਵੀ ਪ੍ਰੈਫਰੈਂਸ ਉਨੀ ਹੀ ਦਿੱਤੀ ਜਾਊਗੀ ਜਿੰਨੀ IELTS ਵਾਲੇ ਸਟੂਡੈਂਟ ਨੂੰ ਦਿੱਤੀ ਜਾਂਦੀ ਹੈ। ਤਾਂ ਉਹ ਕਿਤੇ ਨਾ ਕਿਤੇ ਬਹੁਤ ਹੀ ਇੱਕ ਆਪਾਂ ਕਹਿ ਸਕਦੇ ਸਾਈਨ ਹੈ ਕਿ ਤੁਹਾਡਾ ਹੋ ਸਕਦਾ ਅਗਲਾ ਵੀਜ਼ਾ ਲੱਗ ਸਕੇ। ਤਾਂ ਤੁਸੀਂ ਇਹਨਾਂ ਨੰਬਰਸ 'ਤੇ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ, ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਬਾਕੀ ਜੇਕਰ ਤੁਸੀਂ ESS ਗਲੋਬਲ ਦੀ ਸਕਸੈਸ ਸਟੋਰੀਜ਼ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਨੂੰ Facebook, Instagram, YouTube ਦੇ ਉੱਪਰ ਵਿਜ਼ਿਟ ਕਰ ਸਕਦੇ ਹੋ। ਜੋ ਵੀ ਲੇਟੈਸਟ ਅਪਡੇਟਸ ਹੁੰਦੀਆਂ ਨੇ ਇਹਨਾਂ ਦੇ ਐਕਸਪਰਟ ਟੀਮ ਵੱਲੋਂ ਉਹ ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਜਾਰੀ ਕੀਤੀਆਂ ਜਾਂਦੀਆਂ ਨੇ। ਬਾਕੀ ਇਸ ਪ੍ਰੋਗਰਾਮ ਦੇ ਤਹਿਤ ਤਾਂ ਤੁਸੀਂ ਸਾਡੇ ਨਾਲ ਜੁੜ ਹੀ ਸਕਦੇ ਹੋ। ਓਪਨ ਸਪਾਊਸਲ ਵਰਕ ਪਰਮਿਟ ਦੀ ਗੱਲ ਕਰਨਾ ਬਿਲਕੁਲ ਵੀ ਨਹੀਂ ਮੈਂ ਭੁੱਲੂੰਗੀ, ਕਿਉਂਕਿ ਨਾਰਥ ਇੰਡੀਆ ਦਾ ਜਿਹੜਾ ਟ੍ਰੈਂਡ ਹੈ, ਕਿਤੇ ਨਾ ਕਿਤੇ ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਤਾਂ ਸਪਾਊਸ ਜਿਹੜੇ ਹੈ ਜਾਣ ਦੇ ਵਿੱਚ ਇੱਛੁਕ ਹੁੰਦੇ ਨੇ। ਔਰ ਪਿੱਛੇ ਜੇ ਅਸੀਂ ਦੇਖਿਆ ਵੀ ਸੀਗਾ ਕਿ ਕੁਝ ਇੱਕ ਐਪਲੀਕੇਸ਼ਨ ਜਿਹੜੀਆਂ ਨੇ ਇਸ ਤਰੀਕੇ ਦੀਆਂ ਲੱਗੀਆਂ ਕਿ ਸੇਮ ਟਾਈਮ ਦੇ ਉੱਪਰ ਜਿਹੜਾ ਆ ਸਪਾਊਸ ਨਾਲ ਫਲਾਈ ਹੋਇਆ। ਤਾਂ ਕੀ ਅੱਜ ਦੇ ਟਾਈਮ ਦੇ ਵਿੱਚ ਕੀ ਸਿਨੈਰੀਓ ਚੱਲ ਰਿਹਾ ਹੈ? ਜੇ ਪਹਿਲਾਂ ਚਲੇ ਗਿਆ ਹੈ ਮੇਨ ਐਪਲੀਕੈਂਟ, ਪਿੱਛੇ ਜਾਣਾ ਹੈ ਸਪਾਊਸ ਨੇ, ਤਾਂ ਉਹਨਾਂ ਨੂੰ ਕਿੰਨੇ ਟਾਈਮ ਬਾਅਦ ਐਪਲੀਕੇਸ਼ਨ ਲਾਉਣੀ ਚਾਹੀਦੀ ਹੈ? ਕੀ ਵੀਜ਼ਾ ਸਕਸੈਸ ਰੇਟ ਮੇਨਟੇਨ ਚੱਲ ਰਿਹਾ ਹੈ? ਪਹਿਲਾਂ ਨਾਲੋਂ ਜ਼ਿਆਦਾ ਫਰੂਟਫੁਲ ਰਿਜ਼ਲਟ ਨੇ ਜਾਂ ਫਿਰ ਇਸ ਟਾਈਮ ਹਾਲੇ ਸਿਰਫ ਸਟੂਡੈਂਟ ਦਾ ਹੀ ਟਾਈਮ ਚੱਲ ਰਿਹਾ ਹੈ? ਦੇਖੋ, ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਹੈ। ਅਗਰ ਆਪਾਂ ਓਪਨ ਸਪਾਊਸ ਵੀਜ਼ਾ ਦੀ ਗੱਲ ਕਰੀਏ ਤਾਂ ਪਹਿਲਾਂ ਕੀ ਹੁੰਦਾ ਸੀ ਕਿ ਸਪਾਊਸ ਚਲਾ ਜਾਂਦਾ ਸੀ, ਮੇਨ ਐਪਲੀਕੈਂਟ ਚਲਾ ਜਾਂਦਾ ਸੀ ਐਂਡ ਸਪਾਊਸ ਪਿੱਛੇ ਰਹਿ ਜਾਂਦਾ ਸੀਗਾ। ਉਹ ਕਿਤੇ ਨਾ ਕਿਤੇ ਆਪਣੀ ਐਪਲੀਕੇਸ਼ਨ ਲਗਾ ਕੇ ਉਹ ਐਪਲੀਕੇਸ਼ਨ ਕਿਤੇ ਨਾ ਕਿਤੇ ਲਟਕੀ ਰਹਿੰਦੀ ਸੀ। ਨਾਓ ਸਿਨੈਰੀਓ ਬਿਲਕੁਲ ਚੇਂਜ ਹੋ ਗਿਆ ਐਂਡ ਕੈਨੇਡਾ ਰਿਲੇਸ਼ਨਸ ਨੂੰ ਲੈ ਕੇ ਬਹੁਤ ਜ਼ਿਆਦਾ ਵੈਲਕਮਿੰਗ ਹੈ ਕਿ ਅਗਰ ਮੇਨ ਐਪਲੀਕੈਂਟ ਉੱਥੇ ਇੰਟਰਨੈਸ਼ਨਲ ਸਟੱਡੀ ਲਈ ਆ ਰਿਹਾ ਹੈ ਤਾਂ ਆਪਾਂ ਉਹਨਾਂ ਦੀ ਫੈਮਿਲੀ ਨੂੰ ਵੀ ਇਨਵਾਈਟ ਕਰੀਏ ਸੋ ਦੈਟ ਕਿ ਉਹ ਆਪਣਾ
ਅੱਗੇ ਦਾ ਕੈਰੀਅਰ ਅੱਗੇ ਦੀ ਲਾਈਫ ਉੱਥੇ ਹੀ ਸੈੱਟ ਕਰੇ, ਕਿਉਂਕਿ ਕਿਤੇ ਨਾ ਕਿਤੇ ਕੈਨੇਡਾ ਨੂੰ ਵੀ ਉੱਥੋਂ ਦੀ ਪੋਪੂਲੇਸ਼ਨ ਨੂੰ ਲੈ ਕੇ ਥੋੜਾ ਜਿਹਾ ਉਹ ਸਟਰੋਂਗ ਹੋਣਾ ਚਾਹੁੰਦੇ ਨੇ, ਸੋ ਦੈਟ ਕਿ ਉੱਥੇ ਜਿੰਨੀਆਂ ਵੀ ਜੌਬਸ ਨੇ ਜੋ ਲੇਬਰ ਮਾਰਕੀਟ ਦੇ ਵਿੱਚ ਬਹੁਤ ਕਮੀ ਹੈ ਇੱਕ ਲੇਬਰ ਨੂੰ ਲੈ ਕੇ, ਤਾਂ ਉਹ ਫੈਮਿਲੀਜ਼ ਐਂਡ ਸਟੂਡੈਂਟਸ ਦੇ ਥਰੂ ਉਹ ਕਵਰ ਕੀਤੀ ਜਾਏਗੀ। ਰਾਈਟ। ਅੱਛਾ, ਜਦੋਂ ਓਪਨ ਸਪਾਊਸਲ ਵਰਕ ਪਰਮਿਟ ਦੀ ਗੱਲ ਆਉਂਦੀ ਹੈ, ਜਦੋਂ ਐਪਲੀਕੇਸ਼ਨ ਲਾਉਣੀ ਹੈ, ਡਿਪੈਂਡੈਂਟ ਵੀਜ਼ਾ ਦੀ ਗੱਲ ਹੁੰਦੀ ਹੈ, ਤਾਂ ਬਹੁਤ ਸਾਰੇ ਕੰਸਲਟੈਂਟ ਦਾ ਇਹ ਕਹਿਣਾ ਹੈ ਕਿ ਤੁਹਾਡਾ ਵਿਆਹ ਕੁਝ ਸਮਾਂ ਪੁਰਾਣਾ ਹੋਣਾ ਚਾਹੀਦਾ ਹੈ ਜੀ, ਤੁਹਾਡੇ ਕੋਲ ਵਿਆਹ ਦੇ ਜੈਨੂਇਨਟੀ ਦੇ ਪ੍ਰੂਫ ਹੋਣੇ ਚਾਹੀਦੇ ਨੇ। ਹੁਣ ਉਹ ਕਿਹੜੇ ਆਧਾਰ ਨੇ? ਕਿਉਂਕਿ ਕਈ ਲੋਕਾਂ ਦੇ, ਕਈ ਆਮ ਤੌਰ ਤੇ ਆਪਾਂ ਕੇਸਿਸ ਦੇਖਦੇ ਹਾਂ ਕਿ ਕਈਆਂ ਦਾ ਤਾਂ ਚਲੋ ਪਹਿਲਾਂ ਰਿਲੇਸ਼ਨ ਸੀ, ਮੰਗਣਾ ਹੋਇਆ, ਉਸ ਤੋਂ ਬਾਅਦ ਆ ਕੇ ਕਈਆਂ ਨੇ ਮੈਰਿਜ ਕਰਾਈ, ਕਈਆਂ ਦੇ ਘਰ ਦੇ ਹੀ ਮੈਰਿਜ ਫਿਕਸ ਕਰ ਦਿੰਦੇ ਨੇ, ਕੁੜੀ ਬਾਹਰੋਂ ਆਉਂਦੀ ਹੈ ਜਾਂ ਮੁੰਡਾ ਬਾਹਰੋਂ ਆਉਂਦਾ, ਮੈਰਿਜ ਕਰਾ ਕੇ ਚਲੇ ਜਾਂਦੇ ਨੇ। ਹੁਣ ਉਹ ਕੁਝ ਬਹੁਤ ਘੱਟ ਟਾਈਮ, ਮਤਲਬ ਕੁਝ ਦਿਨ ਹੀ ਇਕੱਠੇ ਰਹੇ ਹੁੰਦੇ ਆ, ਜੈਨੂਇਨਟੀ ਦੇ ਪ੍ਰੂਫ ਕਿਸ ਤਰ੍ਹਾਂ ਹੋਣਗੇ ਇਹਨਾਂ ਕੇਸਿਸ ਦੇ ਵਿੱਚ? ਦੇਖੋ, ਅਗਰ ਤਾਂ ਤੁਹਾਡਾ ਜੋ ਮੈਰਿਜ ਹੋਈ ਹੈ, ਚਾਹੇ ਉਹ ਮੈਰਿਜ ਸਾਡੀ ਇੱਕ ਹਫਤਾ ਪੁਰਾਣੀ ਹੋਈ ਹੈ ਜਾਂ ਤੁਸੀਂ ਮੈਰਿਜ ਹਜੇ ਕਰਵਾਣੀ ਹੈ, ਸੋ ਉਹ ਤੁਹਾਡੀ ਜੈਨੂਇਨਟੀ ਲਾਈਕ ਤੁਹਾਡੇ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ, ਕਿਉਂਕਿ ਕੈਨੇਡਾ ਜ਼ਿਆਦਾ ਡਾਕੂਮੈਂਟ ਸਾਡੇ ਕੋਲ ਡਿਮਾਂਡ ਨਹੀਂ ਕਰਦੀ ਹੈ। ਤੁਹਾਡੇ ਕੋਲ ਇੱਕ ਮੈਰਿਜ ਸਰਟੀਫਿਕੇਟ ਹੈ, ਤੁਹਾਡੀ ਫੋਟੋਜ਼ ਨੇ, ਇੰਨੇ ਜ਼ਿਆਦਾ ਡਾਕੂਮੈਂਟਸ ਕੈਨੇਡਾ ਦੇ ਵਿੱਚ ਜ਼ਿਆਦਾ ਸਬਮਿਟ ਹੁੰਦੇ ਨਹੀਂ ਹੈ। ਬਟ ਅਗਰ ਤੁਹਾਡਾ ਰਿਲੇਸ਼ਨ ਟਰੂ ਹੈ, ਅਗਰ ਤੁਹਾਡੀ ਇੰਟੈਂਸ਼ਨਸ ਆਰ ਕਲੀਅਰ, ਤਾਂ ਕੈਨੇਡਾ ਸਿਰਫ ਇਹੀ ਚਾਹੁੰਦਾ ਹੈ ਕਿ ਉਹਨਾਂ ਦੇ ਕੋਲ ਜਦੋਂ ਵੀ ਐਪਲੀਕੇਸ਼ਨ ਆਏ ਇੱਕ ਸਟੂਡੈਂਟ ਦੀ ਜਾਂ ਇੱਕ ਸਪਾਊਸ ਦੀ, ਤਾਂ ਇੰਟੈਂਸ਼ਨਸ ਉਹਨਾਂ ਦੀ ਕਲੀਅਰ ਹੋਣੀਆਂ ਚਾਹੀਦੀਆਂ, ਉਹ ਕੈਨੇਡਾ ਆ ਕੇ ਕਰਨਾ ਕੀ ਚਾਹੁੰਦੇ ਹੈ। ਕੋਈ ਕੰਟਰੈਕਟ ਮੈਰਿਜ ਤਾਂ ਨਹੀਂ, ਇਹ ਤਾਂ ਨਹੀਂ ਕਿ ਸਟੂਡੈਂਟ ਦੇ ਨਾਲ ਤੁਸੀਂ ਬਾਹਰ ਤਾਂ ਜਾ ਰਹੇ ਹੋ, ਸਿਰਫ ਇਹ ਪਰਪਸ ਲਈ ਤੁਸੀਂ ਆਇਲਸ ਨਹੀਂ ਕਲੀਅਰ ਕਰ ਪਾ ਰਹੇ ਹੋ ਔਰ ਮੈਰਿਜ ਕਰ ਰਹੇ ਹੋ ਸੋ ਦੈਟ ਕਿ ਆਪਾਂ ਉੱਥੇ ਜਾ ਕੇ ਆਪਣੇ ਸਪਾਊਸ ਨੂੰ ਛੱਡ ਦੇਵਾਂਗੇ। ਸੋ ਉਹ ਵਾਲੀ ਫਾਈਲਸ ਨੂੰ ਐਂਟਰਟੇਨ ਨਹੀਂ ਕੀਤਾ ਜਾ ਰਿਹਾ। ਬਟ ਜੋ ਜੈਨੂਇਨ ਨੇ, ਯੈਸ ਆਫ ਕੋਰਸ ਉਹਨਾਂ ਦਾ ਵੀਜ਼ਾ ਬਹੁਤ ਛੇਤੀ ਐਂਡ ਇੱਕ ਟਾਈਮ ਪੀਰੀਅਡ ਦੇ ਦੌਰਾਨ ਹੀ ਆ ਰਿਹਾ। ਠੀਕ ਹੈ, ਚਾਹੇ ਤੁਸੀਂ ਇੱਕ ਹਫਤਾ ਪਹਿਲਾਂ ਵਿਆਹ ਕਰਾਇਆ, ਚਾਹੇ 1 ਸਾਲ ਪਹਿਲਾਂ ਵਿਆਹ ਕਰਾਇਆ, ਤੁਸੀਂ ਕਿਹੜੇ ਕੇਸਿਸ ਤੱਕ ਹੁਣ ਤੱਕ ਜਿਹੜਾ ਆ ਸਕਸੈਸ ਰੇਟ ਲੈ ਚੁੱਕੇ ਹੋ? ਕਿੱਦਾਂ ਦੇ ਕੇਸਿਸ? ਸਾਡਾ ਫੋਕਸ ਇਹੀ ਰਹਿੰਦਾ ਹੈ ਕਿ ਜਦੋਂ ਵੀ ਸਾਡੇ ਕੋਲ ਐਪਲੀਕੈਂਟ ਆਂਦਾ ਹੈ, ਕਿਉਂਕਿ ਕੈਨੇਡਾ ਦੇ ਵਿੱਚ ਅਗਰ ਆਪਾਂ ਸਪਾਊਸ ਕੇਸ ਦੀ ਗੱਲ ਕਰੀਏ ਸਟੱਡੀ ਵੀਜ਼ਾ ਦੇ ਨਾਲ, ਤਾਂ ਉਹ ਬਹੁਤ ਰੇਅਰ ਹੈ ਕਿ ਤੁਹਾਡਾ ਵਨ ਗੋ ਦੇ ਵਿੱਚ ਨਿਕਲ ਜਾਏ। ਸੋ ਮੇਨ ਐਪਲੀਕੈਂਟ ਜੋ ਹੁੰਦਾ ਹੈ, ਆਪਾਂ ਨੂੰ ਹੀ ਸੁਜੈਸਟ ਕਰਦੇ ਹਾਂ ਕਿ ਤੁਸੀਂ ਆਪਣੀ ਐਪਲੀਕੇਸ਼ਨ ਸਟੱਡੀ ਵੀਜ਼ਾ ਦੇ ਲਈ ਆਪਣੀ ਅਪਲਾਈ ਕਰੋ। ਵਨਸ ਯੂ ਗੈਟ ਦੀ ਵੀਜ਼ਾ ਐਂਡ ਉਸ ਤੋਂ ਬਾਅਦ ਤੁਹਾਡਾ ਜੋ ਸਪਾਊਸ ਹੈ ਉਹ ਹੀ ਓਪਨ ਵਰਕ ਪਰਮਿਟ ਦੇ ਵਿੱਚ ਅਪਲਾਈ ਕਰ ਸਕਦਾ ਹੈ ਉਸ ਤੋਂ ਬਾਅਦ। ਠੀਕ ਹੈ, ਜਿਨ੍ਹਾਂ ਦੀ ਰਿਜੈਕਸ਼ਨ ਆ ਜਾਂਦੀ ਹੈ ਉਹਨਾਂ ਨੂੰ ਰੀਅਪਲਾਈ ਸੇਮ ਟਾਈਮ ਕਰ ਦੇਣਾ ਚਾਹੀਦਾ ਹੈ ਜਾਂ ਕੁਝ ਸਮਾਂ ਵਿੱਚੋਂ ਸਮਾਂ ਪਾਉਣਾ ਚਾਹੀਦਾ ਹੈ? ਦੇਖੋ, ਅਗਰ ਤੁਹਾਡੀ ਇੰਟੈਂਸ਼ਨਸ ਕਲੀਅਰ ਨੇ ਤੇ ਤੁਹਾਨੂੰ ਵਿੱਚ ਗੈਪ ਪਾਉਣ ਦੀ ਬਿਲਕੁਲ ਲੋੜ ਨਹੀਂ ਹੈ। ਅਗਰ ਤੁਹਾਡਾ ਰਿਫਿਊਜ਼ਲ ਆਉਂਦਾ ਹੈ, ਤੁਹਾਡੇ ਕੋਲ ਪ੍ਰੋਪਰ ਜਸਟੀਫਿਕੇਸ਼ਨ ਹੈਗੀ ਹੈ ਕਿ ਮੇਰਾ ਤੁਸੀਂ ਇਸ ਕਾਰਨਾਂ ਕਰਕੇ ਰਿਫਿਊਜ਼ਲ ਦਿੱਤਾ ਹੈ, ਬਟ ਮੇਰੀ ਇੰਟੈਂਸ਼ਨਸ ਕਲੀਅਰ ਨੇ, ਮੇਰੀ ਇਹ ਜਸਟੀਫਿਕੇਸ਼ਨ ਹੈ, ਤੁਸੀਂ ਆਪਣੀ ਨਾਲ ਦੀ ਨਾਲ ਐਪਲੀਕੇਸ਼ਨ ਸਬਮਿਟ ਕਰ ਸਕਦੇ ਹੋ। ਸੇਮ ਚੀਜ਼ ਆਪਾਂ ਸਟੱਡੀ ਵੀਜ਼ਾ ਤੇ ਜ਼ਰੂਰ ਡਿਸਕਸ ਕਰਾਂਗੇ, ਕਿਉਂਕਿ ਬਹੁਤ ਸਾਰੇ ਕੰਸਲਟੈਂਟ ਨਾਲ ਅਕਸਰ ਮੈਂ ਸ਼ੋਜ਼ ਕਰਦੀ ਰਹਿੰਦੀ ਹਾਂ। ESS ਗਲੋਬਲ ਇੱਕ ਮਾਰਕੀਟ ਦਾ ਜਾਣਿਆ ਪਛਾਣਿਆ ਨਾਮ ਹੈ, ਸੋ ਉਹਨਾਂ ਦਾ ਇੱਕ ਕਹਿ ਸਕਦੇ ਹਾਂ ਕਿ ਤੁਸੀਂ ਵੀ ਇੱਕ ਥੰਬ ਹੈਗੇ ਹੋ। ਮੈਨੂੰ ਇੱਕ ਸਵਾਲ ਇਹ ਵੀ ਹੈ ਕਿ ਜਦੋਂ ਕਿਸੇ ਸਟੂਡੈਂਟ ਦੀ ਰਿਜੈਕਸ਼ਨ ਆ ਜਾਂਦੀ ਹੈ, ਸਟੱਡੀ ਵੀਜ਼ਾ 'ਚ ਰਿਜੈਕਸ਼ਨ ਆਉਂਦੀ ਹੈ, ਤਾਂ ਕੁਝ ਕੰਸਲਟੈਂਟ ਕਹਿੰਦੇ ਨੇ ਕਿ ਤੁਸੀਂ ਨਾਲ ਦੀ ਨਾਲ ਰੀਅਪਲਾਈ ਕਰ ਦਿਓ, ਕੁਝ ਕਹਿੰਦੇ ਨੇ ਕਿ ਤੁਸੀਂ ਇੱਕ ਥੋੜਾ ਜਿਹਾ 3-4 ਮਹੀਨੇ ਠਹਿਰ ਕੇ ਜਾਂ ਫਿਰ ਇੱਕ ਇਨਟੇਕ ਛੱਡ ਕੇ ਅਗਲੇ ਇਨਟੇਕ 'ਚ ਅਪਲਾਈ ਕਰੋ ਤੇ ਉਹਦੇ 'ਚ ਤੁਸੀਂ ਕਿਤੇ ਨਾ ਕਿਤੇ ਜੌਬ ਕਰ ਲਓ। ਇਹਦੇ ਨਾਲ ਤੁਹਾਡੀ ਪ੍ਰੋਫਾਈਲ ਹੋਰ ਜਿਹੜੀ ਆ ਸਟਰੋਂਗ ਹੋ ਜਾਏਗੀ। ਤੁਸੀਂ ਕੀ ਇਸ ਗੱਲ ਦੇ ਉੱਤੇ ਸਹਿਮਤੀ ਦਿੰਦੇ ਹੋ ਕਿ ਇਨਟੇਕ ਜਿਹੜਾ ਛੱਡਣਾ ਸਹੀ ਰਹਿੰਦਾ ਹੈ? ਮੇਰਾ ਇੱਕ ਮੰਨਣਾ ਕਿ ਲਾਈਕ ਅਗਰ ਸਤੰਬਰ ਇਨਟੇਕ ਹੈ ਤੇ ਤੁਹਾਡੇ ਕੋ ਆਪਣੇ, ਅਗਰ ਤੁਸੀਂ ਇੰਡੀਆ ਤੋਂ ਅਪਲਾਈ ਕਰ ਰਹੇ ਹੋ, ਤੁਹਾਡੇ ਕੋ ਇੱਕ ਸਫੀਸ਼ੀਐਂਟ ਫੰਡਸ ਹੋਣੇ ਚਾਹੀਦੇ ਹੈ ਕਿ ਜਦੋਂ ਤੁਹਾਡੀ ਆਫਰ ਲੈਟਰ ਵਿਦਨ ਅ ਵੀਕ ਆ ਰਹੀ ਹੈ, ਤੁਸੀਂ ਆਪਣੀ ਟਿਊਸ਼ਨ ਫੀਸ ਸਬਮਿਟ ਕਰਕੇ ਟਾਈਮ ਟੂ ਟਾਈਮ ਆਪਣੀ ਫਾਈਲ ਅਪਲਾਈ ਕਰ ਦਿਓ। ਤੁਹਾਨੂੰ ਡੈਫਰਮੈਂਟ ਦੀ ਲੋੜ ਨਹੀਂ ਪਏਗੀ ਜਾਂ ਅਗਲਾ ਇਨਟੇਕ ਸੋਚਣ ਦੀ ਲੋੜ ਨਹੀਂ ਹੈ। ਬਟ ਅਗਰ ਤੁਸੀਂ ਕੈਨੇਡਾ ਚਲੇ ਗਏ ਹੋ ਐਂਡ ਨਹੀਂ, ਮੈਂ ਰਿਜੈਕਸ਼ਨ ਕੇਸਿਸ ਦੀ ਗੱਲ ਕਰ ਰਹੀ ਹਾਂ, ਜਦੋਂ ਸਟੂਡੈਂਟ ਦੀ ਰਿਜੈਕਸ਼ਨ ਆ ਜਾਂਦੀ ਹੈ, ਰਿਜੈਕਸ਼ਨ ਤੋਂ ਬਾਅਦ ਇਨਟੇਕ ਮਿਸ ਕਰਨਾ ਠੀਕ ਹੈ ਕਿ ਨਾਲ ਦੀ ਨਾਲ ਉਸੇ ਇਨਟੇਕ ਜਾਂ ਅਗਲੇ ਇਨਟੇਕ ਦੀ ਫਾਈਲ ਆਉਣਾ ਠੀਕ ਹੈ? ਇਟ ਡਿਪੈਂਡਸ ਕਿ ਬੱਚਾ ਅਗਰ ਕੋਈ ਕੋਰਸ ਉਸੇ ਸੇਮ ਇਨਟੇਕ ਦੇ ਵਿੱਚ ਲੈ ਰਿਹਾ, ਕਿਆ ਉਹ ਕੋਰਸ ਉਹਦੀ ਕੁਆਲੀਫਿਕੇਸ਼ਨ ਦੇ ਨਾਲ ਰੈਲੇਵੈਂਟ ਹੈ। ਜਦੋਂ ਵੀ ਬੱਚਾ ਰਿਜੈਕਸ਼ਨ ਲੈ ਕੇ ਆਉਂਦਾ, ਸਾਡਾ ਇਹੀ ਮਕਸਦ ਹੁੰਦਾ ਕਿ ਪਹਿਲਾਂ ਆਪਾਂ ਬੱਚੇ ਦਾ ਕੋਰਸ ਚੈੱਕ ਕਰੀਏ, ਉਹਦੀ ਰਿਜੈਕਸ਼ਨ ਕਿਸ ਬੇਸ ਤੇ ਆਈ ਹੈ ਐਂਡ ਉਸਦੀ ਜੋ SOP ਤਿਆਰ ਹੋਈ ਸੀ, ਕਿਆ ਉਹ SOP ਦੇ ਵਿੱਚ ਪ੍ਰੋਪਰ ਜਸਟੀਫਾਈ ਕਰ ਪਾਇਆ। ਸੋ ਇਹ ਦੋ ਚੀਜ਼ਾਂ ਬਹੁਤ ਮੇਨ ਰੱਖਦੀਆਂ ਨੇ, ਕਿਉਂਕਿ ਬੱਚੇ ਨੂੰ SOP ਹੀ ਜਸਟੀਫਾਈ ਕਰਦੀ ਹੈ ਇੱਕ ਵੀਜ਼ਾ ਆਫੀਸਰ ਦੇ ਸਾਹਮਣੇ। ਸੋ ਅਗਰ ਉਹ ਕੋਰਸ ਉਹਦਾ ਇੱਕ ਰੈਲੇਵੈਂਟ ਹਿਸਾਬ ਨਾਲ ਉਹਨੂੰ ਪ੍ਰੋਪਰ ਦਿੱਤਾ ਗਿਆ ਹੈ ਤਾਂ ਉਹ ਸੇਮ ਇਨਟੇਕ ਦੇ ਵਿੱਚ ਜਾ ਸਕਦਾ ਹੈ। ਬਟ ਅਗਰ ਉਹਦਾ ਕੋਰਸ ਹੀ ਸਹੀ ਨਹੀਂ ਹੈ, ਤਾਂ ਜੋ ਅਵੇਲੇਬਲ ਇਨਟੇਕ ਹੋਏਗਾ ਆਪਾਂ ਨੂੰ ਉਸ ਨੈਕਸਟ ਅਵੇਲੇਬਲ ਇਨਟੇਕ ਦੇ ਲਈ ਪੁਸ਼ ਕਰਾਂ। ਠੀਕ ਹੈ, ਮਤਲਬ ਕਾਲਾ ਪੈਣਾ ਠੀਕ ਨਹੀਂ ਹੈਗਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕੋਰਸ ਦੇ ਲਈ ਜਿਹੜਾ ਤੁਸੀਂ ਪੜ੍ਹਨ ਜਾਣਾ ਹੈ, ਤੁਹਾਡੀ ਪ੍ਰੋਫਾਈਲ ਨਾਲ ਮੈਚ ਕੋਰਸ ਆ, ਉਹਦੇ ਲਈ ਜੇ ਤੁਹਾਨੂੰ 2 ਮਹੀਨੇ 4 ਮਹੀਨੇ 6 ਮਹੀਨੇ ਇੰਤਜ਼ਾਰ ਕਰਨਾ ਪੈਂਦਾ ਤਾਂ ਕੋਈ ਮਸਲਾ ਨਹੀਂ ਹੈ,
ਪਰ ਕੋਰਸ ਰਿਲੇਵੈਂਸੀ ਬਹੁਤ ਜ਼ਰੂਰੀ ਹੈ। ਬਿਲਕੁਲ, ਕਾਲੀ ਕਰਨ ਨਾਲ ਦੇਖੋ ਕੰਮ ਖਰਾਬ ਹੀ ਹੁੰਦਾ ਹੈ, ਬਟ ਅਗਰ ਤੁਸੀਂ ਤਸੱਲੀ ਦੇ ਨਾਲ ਇੱਕ ਕੋਰਸ ਲੈ ਕੇ ਜਾ ਰਹੇ ਹੋ ਜੋ ਤੁਹਾਨੂੰ ਪ੍ਰੀਵੀਅਸ ਤੁਹਾਡੀ ਕੁਆਲੀਫਿਕੇਸ਼ਨ ਦੇ ਨਾਲ ਇੱਕ ਪ੍ਰੋਗਰੈਸ਼ਨ ਦੇ ਰਿਹਾ ਹੈ, ਤਾਂ ਤੁਹਾਡਾ ਰਿਜੈਕਸ਼ਨ ਦੇ ਚਾਂਸਸ ਬਿਲਕੁਲ ਨਹੀਂ ਰਹਿਣਗੇ। ਠੀਕ ਹੈ ਜੀ। ਸੋ ਇਹਨਾਂ ਨੰਬਰਸ ਤੇ ਕਾਲ ਕਰਕੇ ਸਾਡੇ ਨਾਲ ਤੁਸੀਂ ਜੁੜ ਸਕਦੇ ਹੋ। ਤੁਸੀਂ ਐਸਓਪੀ ਦਾ ਜ਼ਿਕਰ ਕੀਤਾ, ਅਕਸਰ ਮੈਂ ਆਪਣੇ ਬਹੁਤ ਸਾਰੇ ਸ਼ੋਜ਼ ਦੇ ਦੌਰਾਨ ਸਾਡੇ ਦਰਸ਼ਕਾਂ ਨੂੰ ਇਹ ਕਹਿੰਦੀ ਹੁੰਦੀ ਹਾਂ ਵੀ ਐਸਓਪੀ ਜਿਹੜੀ ਹੈ ਉਹ ਰੀੜ ਦੀ ਹੱਡੀ ਹੁੰਦੀ ਹੈ ਕਿਸੇ ਵੀ ਪ੍ਰੋਫਾਈਲ ਦੀ, ਹੈ ਨਾ। ਵੀਜ਼ਾ ਲੱਗ ਗਿਆ ਤਾਂ ਸਿਰ ਹੈ ਐਸਓਪੀ ਦੇ ਸਿਰ ਤੇ, ਜੇ ਨਹੀਂ ਲੱਗਿਆ ਤਾਂ ਵੀ ਐਸਓਪੀ ਨੂੰ ਬਲੇਮ ਕੀਤਾ ਜਾਂਦਾ ਵੀ ਤੁਹਾਡੀ ਐਸਓਪੀ 'ਚ ਕਮੀਆਂ ਨੇ। ਤੁਸੀਂ ਮੈਨੂੰ ਇਹ ਦੱਸੋ ਵੀ ਐਸਓਪੀ ਜਦੋਂ ਤਿਆਰ ਕਰਨੀ ਹੈ ਤਾਂ ਐਸਓਪੀ 'ਚ ਕਿਹੜੀਆਂ-ਕਿਹੜੀਆਂ ਗੱਲਾਂ ਜਿਹੜੀਆਂ ਨੇ ਤਿਆਰ ਕਰਨੀਆਂ ਜ਼ਰੂਰੀ ਹੈ? ਐਸਓਪੀ ਕੀ ਚੀਜ਼ ਹੈ? ਕਿਉਂਕਿ ਕੁਝ ਹੱਦ ਤੱਕ ਮੈਨੂੰ ਵੀ ਪਤਾ, ਬਟ ਸਾਡੀ ਕਈ ਵਾਰੀ ਆਡੀਅנס ਨਵੀਂ ਸਾਡੇ ਨਾਲ ਜੁੜਦੀ ਹੈ, ਉਹਨਾਂ ਨੂੰ ਕਲੀਅਰ ਕਰਨੀਆਂ ਬਹੁਤ ਜ਼ਰੂਰੀ ਨੇ ਚੀਜ਼ਾਂ। ਰਿਜੈਕਸ਼ਨ ਆ ਜਾਂਦੀ ਹੈ, ਉਸ ਤੋਂ ਬਾਅਦ ਜਿਹੜੀ ਪ੍ਰੋਫਾਈਲ ਹੈ ਐਸਡੀਐਸ 'ਚ ਲੱਗਦੀ ਹੈ ਕਿ ਨਾਨ ਐਸਡੀਐਸ 'ਚ ਲੱਗਦੀ ਹੈ। ਉਸ ਤੋਂ ਵੀ ਜ਼ਿਆਦਾ ਸਭ ਤੋਂ ਖਾਸ ਇੱਕ ਮਹੱਤਵਪੂਰਨ ਸਵਾਲ ਇਹ ਵੀ ਉੱਠਦਾ ਹੈ ਕਿ ਐਸਓਪੀ ਜਿਹੜੀ ਹੈ ਉਹ ਕਿੰਨੇ ਪੇਜਾਂ ਦੀ ਹੋਣੀ ਚਾਹੀਦੀ ਹੈ? ਕੀ ਅਸੀਂ 10 ਲਾਈਨਾਂ 'ਚ ਆਪਣਾ ਜਿਹੜੀਆਂ ਚੀਜ਼ਾਂ ਨੇ ਕਲੀਅਰ ਕਰ ਸਕਦੇ ਹਾਂ? ਕਿ ਸਾਨੂੰ 10 ਪੇਜ ਭਰਨੇ ਜ਼ਰੂਰੀ ਹੈ? ਉਹਦੇ ਬਾਰੇ ਸਾਨੂੰ ਜ਼ਰੂਰ ਸਮਝਾਓ। ਬਹੁਤ ਸਾਰੇ ਕੁਐਸਚਨ ਸੀਗੇ ਇੱਕੋ ਦੇ ਵਿੱਚ ਸਾਰੇ ਸਵਾਲ ਜੀ। ਸੋ ਮੈਂ ਤੁਹਾਡਾ ਪਹਿਲਾ ਕੁਐਸਚਨ ਇਹ ਕਲੀਅਰ ਕਰੂੰਗੀ, ਕੈਟਾਗਰੀਜ਼। ਸੋ ਐਸਡੀਐਸ, ਨਾਨ ਐਸਡੀਐਸ, ਅਗਰ ਤੁਹਾਡਾ ਕੋਈ ਰਿਫਿਊਜ਼ਲ ਹੈ, ਤੁਸੀਂ ਇੱਕ ਵਾਰ ਰਿਫਿਊਜ਼ਡ ਹੋ, 2 ਵਾਰ ਰਿਫਿਊਜ਼ਡ ਹੋ ਜਾਂ 3 ਵਾਰ ਰਿਫਿਊਜ਼ਡ ਹੋ, ਡਸਨਟ ਮੈਟਰ, ਤੁਸੀਂ ਆਪਣੀ ਐਸਡੀਐਸ ਕੈਟਾਗਰੀ ਦੇ ਵਿੱਚ ਆਪਣੀ ਫਾਈਲ ਲਗਾ ਸਕਦੇ ਹੋ, ਬਿਕੋਜ਼ ਉਹਦੇ ਇੱਕ ਟਰਮਸ ਨੇ ਕਿ ਤੁਹਾਡੇ ਓਵਰਆਲ 6 ਈਚ ਹੋਣੇ ਚਾਹੀਦੇ ਹੈ। ਅਗਰ ਤੁਸੀਂ ਬੈਂਡ ਸਕੋਰ ਮੇਨਟੇਨ ਕਰਦੇ ਹੋ ਤਾਂ ਤੁਸੀਂ ਚਾਹੇ 2 ਵਾਰ ਰਿਫਿਊਜ਼ਡ ਹੋ ਜਾਂ 3 ਵਾਰ ਹੋ, ਇੱਕ ਮਾਇਨੇ ਨਹੀਂ ਰੱਖਦਾ, ਤੁਸੀਂ ਆਪਣੀ ਐਸਡੀਐਸ ਕੈਟਾਗਰੀ ਦੇ ਵਿੱਚ ਦੁਬਾਰਾ ਆਪਣੀ ਫਾਈਲ ਨੂੰ ਸਬਮਿਟ ਕਰ ਸਕਦੇ ਹੋ। ਉਸ ਤੋਂ ਬਾਅਦ ਆਪਾਂ ਅਗਰ ਐਸਓਪੀ ਦੀ ਗੱਲ ਕਰੀਏ, ਯੈਸ ਆਫ ਕੋਰਸ ਐਸਓਪੀ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ। ਉਹ ਇੱਕ ਬੱਚੇ ਨੂੰ ਰਿਪਰੈਜ਼ੈਂਟ ਕਰਦੀ ਹੈ ਅੱਗੇ ਵੀਜ਼ਾ ਆਫੀਸਰ ਦੇ ਨਾਲ, ਤੇ ਉਹਦੇ ਵਿੱਚ ਤੁਹਾਨੂੰ ਜੋ ਤੁਹਾਡੀ ਪ੍ਰੀਵੀਅਸ ਕੁਆਲੀਫਿਕੇਸ਼ਨ ਹੈ ਔਰ ਜੋ ਤੁਸੀਂ ਅੱਗੇ ਕੋਰਸ ਲੈ ਕੇ ਜਾਣਾ ਚਾਹੁੰਦੇ ਹੋ ਇੰਟਰਨੈਸ਼ਨਲ ਲੈਵਲ ਤੇ, ਤੁਹਾਡੀ ਇੰਟੈਂਸ਼ਨਸ ਕੀ ਨੇ, ਕਿਆ ਉਹ ਤੁਸੀਂ ਕੋਰਸ ਬਾਰੇ ਪ੍ਰੋਪਰ ਜਸਟੀਫਾਈ ਕਰ ਰਹੇ ਹੋ ਉਸ ਐਸਓਪੀ ਦੇ ਵਿੱਚ। ਸਭ ਤੋਂ ਪਹਿਲਾਂ ਤੁਹਾਡੀ ਇੰਟਰੋਡਕਸ਼ਨ, ਉਸ ਤੋਂ ਬਾਅਦ ਤੁਸੀਂ ਆਪਣੇ ਕੋਰਸ ਨੂੰ ਜਸਟੀਫਾਈ ਕਰਦੇ ਹੋ, ਤੁਸੀਂ ਉਸ ਕਾਲਜ ਦੇ ਵਿੱਚ ਕਿਉਂ ਚੂਜ਼ ਕਰ ਜਾਣਾ ਚਾਹੁੰਦੇ ਹੋ, ਤੁਸੀਂ ਬਾਕੀ ਦੀ ਕੰਟਰੀਜ਼ ਨੂੰ ਕਿਉਂ ਨਹੀਂ ਚੂਜ਼ ਕੀਤਾ, ਕੈਨੇਡਾ ਹੀ ਤੁਹਾਡੇ ਲਈ ਕਿਉਂ ਬੈਸਟ ਰਿਹਾ ਹੈ ਆਪਸ਼ਨ, ਐਂਡ ਇਹ ਕੋਰਸ ਸਪੈਸੀਫਿਕ ਕਿਉਂ ਚੂਜ਼ ਕੀਤਾ, ਤੁਹਾਨੂੰ ਇਹ ਪ੍ਰੋਗਰੈਸ਼ਨ ਕੀ ਦੇਗਾ ਤੁਹਾਡੀ ਲਾਈਫ ਦੇ ਵਿੱਚ। ਅਗਰ ਤੁਸੀਂ ਇੰਡੀਆ ਵੀ ਵਾਪਸ ਆਉਣਾ ਚਾਹੁੰਦੇ ਹੋ, ਤੁਹਾਡੀ ਕੈਰੀਅਰ ਓਪਰਚੁਨਿਟੀਜ਼, ਤੁਹਾਡੀ ਕੈਰੀਅਰ ਆਊਟਕਮਸ ਕੀ ਰਹਿਣਗੀਆਂ, ਐਂਡ ਤੁਹਾਨੂੰ ਕੌਣ-ਕੌਣ ਸਪਾਂਸਰ ਕਰ ਰਿਹਾ, ਤੁਹਾਡੇ ਫਾਈਨੈਂਸ਼ੀਅਲ ਸਪੋਰਟਰ ਕੌਣ-ਕੌਣ ਰਹਿਣਗੇ। ਤਾਂ ਇੱਕ ਐਸਓਪੀ ਦੇ ਵਿੱਚ ਮੈਨੂੰ ਲੱਗਦਾ ਹੈ ਇੱਕ 1.5 ਤੋਂ 2 ਪੇਜ ਦੀ ਐਸਓਪੀ ਤੁਹਾਨੂੰ ਬਹੁਤ ਅੱਛੇ ਤਰੀਕੇ ਨਾਲ ਜਸਟੀਫਾਈ ਕਰ ਸਕਦੀ ਹੈ, ਰਾਦਰ ਦੈਨ ਤੁਸੀਂ 5 ਤੋਂ 6 ਪੇਜਾਂ ਦੀ ਐਸਓਪੀ ਲਿਖੋ ਔਰ ਉਹਦੇ ਵਿੱਚ ਕੋਈ ਵੀ ਸੈਂਸ ਨਾ ਬਣੇ ਕਿ ਤੁਸੀਂ ਆਪਣਾ ਕੋਰਸ ਅੱਛੇ ਤਰੀਕੇ ਨਾਲ ਜਸਟੀਫਾਈ ਨਹੀਂ ਕਰ ਰਹੇ ਹੋ ਜਾਂ ਤੁਸੀਂ ਆਪਣੀ ਪ੍ਰੋਗਰੈਸ਼ਨ ਬਾਰੇ ਗੱਲ ਨਹੀਂ ਕਰ ਰਹੇ ਹੋ। ਐਂਡ ਇੱਕ 1.5 ਤੋਂ 2 ਪੇਜ ਜਿੱਥੇ ਵਿੱਚ ਤੁਹਾਡੀ ਸਾਰੀ ਇੰਟੈਂਸ਼ਨਸ ਕਲੀਅਰਲੀ ਤੁਹਾਨੂੰ ਪਾਸਟ ਵਿੱਚ ਕੀ ਕੀਤਾ, ਹੁਣ ਤੁਹਾਡਾ ਕੀ ਪਲਾਨ ਹੈ, ਅੱਗੇ ਤੁਸੀਂ ਕੀ ਕਰੋਗੇ, ਲਾਈਨ ਬਾਈ ਲਾਈਨ ਸਾਨੂੰ ਸਾਡਾ ਪੂਰਾ ਵਿਜ਼ਨ ਦੱਸਣਾ ਪਏਗਾ ਉਹਨਾਂ ਨੂੰ। ਅਸੀਂ ਪਿਛਲੇ ਕੁਝ ਟਾਈਮਾਂ ਤੋਂ ਇੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਸ਼ਬਦ ਨੂੰ ਸੁਣ ਰਹੇ ਹਾਂ, ਉਹਦਾ ਕੀ ਰੋਲ ਹੈ ਐਸਓਪੀ ਦੇ ਵਿੱਚ ਜਾਂ ਕਿਸੇ ਸਟੂਡੈਂਟ ਦੀ ਪ੍ਰੋਫਾਈਲ ਦੇ ਵਿੱਚ? ਆਰਟੀਫੀਸ਼ੀਅਲ ਇੰਟੈਲੀਜੈਂਸ ਤੁਹਾਨੂੰ ਇੱਕ ਬਹੁਤ ਅੱਛਾ ਇੱਕ ਸੌਫਟਵੇਅਰ ਡਿਵੈਲਪ ਹੋਇਆ ਸੀਗਾ ਜਿਹਦੀ ਹੈਲਪ ਦੇ ਨਾਲ ਬਹੁਤ ਸਾਰੇ ਚੀਜ਼ਾਂ ਦਾ ਸੋਲੂਸ਼ਨ ਮਿਲ ਜਾਂਦਾ ਹੈ। ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਹੈਲਪ ਜ਼ਰੂਰ ਲੈ ਸਕਦੇ ਹੋ। ਯੈਸ ਆਫ ਕੋਰਸ ਸਾਡੀ ਲਾਈਫ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੀ ਲਾਈਫ ਬਹੁਤ ਸੌਖੀ ਕਰ ਦਿੰਦੀ ਹੈ। ਬਟ ਮੈਨੂੰ ਲੱਗਦਾ ਹੈ ਕਿ ਜਿਹੜੀ ਸਾਡੀ ਆਪ ਦੀਆਂ ਇੰਟੈਂਸ਼ਨਸ ਹੈ, ਇੰਟਰਨਲ ਇੰਟੈਂਸ਼ਨਸ ਹੈ ਕਿ ਆਪਾਂ ਆਪਣੀ ਲਾਈਫ ਦੇ ਵਿੱਚ ਕੀ ਕਰਨਾ ਚਾਹੁੰਦੇ ਆ, ਉਹ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਹੀ ਤੁਹਾਨੂੰ ਕਲੀਅਰ ਨਹੀਂ ਕਰ ਪਾਊਗੀ। ਸੋ ਜਦੋਂ ਵੀ ਤੁਸੀਂ ਆਪਣੀ ਐਸਓਪੀ ਨੂੰ ਲਿਖਦੇ ਹੋ, ਤੁਹਾਡੀ ਖੁਦ ਦੀ ਕਲੀਅਰ ਪਿਕਚਰ ਤੁਸੀਂ ਆਪਣੇ ਪੇਜ ਦੇ ਉੱਪਰ ਲਿਖ ਰਹੇ ਹੋ। ਤੁਹਾਨੂੰ ਤੁਸੀਂ ਕੈਰੀਅਰ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ, ਤੁਹਾਨੂੰ ਆਪਣੇ ਆਪ ਨੂੰ ਪਤਾ ਹੈ, ਕਿਸੇ ਹੋਰ ਨੂੰ ਨਹੀਂ ਪਤਾ। ਠੀਕ ਹੈ, ਤੁਹਾਡੇ ਕੈਰੀਅਰ ਗੋਲ ਕੀ ਨੇ, ਤੁਸੀਂ ਕੀ ਪਲਾਨ ਕਰ ਰਹੇ ਹੋ, ਹਨਾ। ਖੁੱਲੀਆਂ ਅੱਖਾਂ ਨਾਲ ਜਿਹੜੇ ਤੁਸੀਂ ਸੁਪਨੇ ਦੇਖੇ ਨੇ ਉਹ ਤੁਹਾਨੂੰ ਹੀ ਪਤਾ ਹੈ, ਤਾਂ ਉਹ ਤੁਸੀਂ ਖੁਦ ਹੀ ਜਿਹੜਾ ਉਹਨਾਂ ਨੂੰ ਸ਼ਬਦਾਂ ਰਾਹੀਂ ਬਿਆਨ ਕਰ ਸਕਦੇ ਹੋ। ਐਸਓਪੀ ਬਹੁਤ ਕੇਸਿਸ 'ਚ ਆਪਾਂ ਦੇਖਦੇ ਹਾਂ ਸਟੂਡੈਂਟ ਦੇ 7 ਪੁਆਇੰਟ ਵੀ ਆ ਗਏ, ਪਰ ਸਟੂਡੈਂਟ ਕਿਤੇ ਨਾ ਕਿਤੇ ਡਰਦਾ ਹੈ ਐਸਓਪੀ ਲਿਖਣ ਤੋਂ। ਕਈ ਵਾਰੀ ਸਟੂਡੈਂਟ ਲਿਖ ਵੀ ਦਿੰਦਾ ਹੈ, ਕਈ ਵਾਰੀ ਉਹ ਕੰਸਲਟੈਂਟ ਦੇ ਉੱਪਰ ਥੋਪ ਦਿੰਦਾ ਕਿ ਬਈ ਜੋ ਵੀ ਹੈ ਮੇਰੇ ਤਾਂ ਕਰਤਾ ਧਰਤਾ ਤੁਸੀਂ ਹੋ, ਤੁਸੀਂ ਕਰ ਦਿਓ। ਤੁਸੀਂ ਐਸਓਪੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਾਂ ਤੁਹਾਡਾ ਐਸਓਪੀ ਦੇ ਉੱਪਰ ਕੀ ਕੰਮ ਹੁੰਦਾ ਹੈ? ਸੋ ਜਦ ਵੀ ਸਾਡੇ ਕੋਲ ਕੋਈ ਸਟੂਡੈਂਟ ਆਉਂਦਾ ਹੈ, ਸਭ ਤੋਂ ਪਹਿਲਾਂ ਅਸੀਂ ਉਹਨੂੰ ਤਿਆਰ ਕਰਦੇ ਹਾਂ ਕਿ ਸੀ ਐਸਓਪੀ ਇੱਕ ਜਸਟ ਇੱਕ ਕੰਟੈਂਟ ਹੈ ਜਿਹਨੂੰ ਤੁਸੀਂ ਆਪਣੇ ਅੱਗੇ ਆਫਿਸਰ ਦੇ ਵਿੱਚ ਦਰਸਾ ਰਹੇ ਹੋ ਕਿ ਮੇਰੀ ਇਹ ਮਕਸਦ ਹੈ ਕੈਨੇਡਾ ਦੇ ਵਿੱਚ ਜਾਣ ਦਾ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਣ ਦਾ। ਵੀ ਡੂ ਹੈਵ ਅ ਕੰਟੈਂਟ ਰਾਈਟਰ ਟੀਮ ਹੇਅਰ ਕਿ ਜਦੋਂ ਵੀ ਬੱਚਾ ਇੱਕ ਰॉ ਮਟੀਰੀਅਲ ਨੂੰ ਤਿਆਰ ਕਰਦਾ ਹੈ, ਇੱਕ ਐਸਓਪੀ ਨੂੰ ਤਿਆਰ ਕਰਦਾ ਹੈ, ਉਹਦੇ ਉੱਪਰ ਇੱਕ ਕੰਟੈਂਟ ਰਾਈਟਰ ਕੰਮ ਕਰਦਾ ਹੈ ਜਿਹਦੇ ਵਿੱਚ ਉਹ ਦੇਖਦਾ ਹੈ ਕਿਆ ਉਹਨੇ ਆਪਣਾ ਕੰਟੈਂਟ ਜਾਂ ਆਪਣੀ ਇੰਟੈਂਸ਼ਨਸ ਨੂੰ ਉਹਦੇ ਵਿੱਚ ਪ੍ਰੋਪਰਲੀ ਕਲੀਅਰਲੀ ਮੈਂਸ਼ਨ ਕੀਤਾ ਹੈ। ਐਂਡ ਉਸ ਤੋਂ ਬਾਅਦ ਸਾਡੀ ਮੈਨੇਜਮੈਂਟ ਟੀਮ ਉਹਨੂੰ ਬਹੁਤ ਧਿਆਨ ਨਾਲ ਦੇਖਦੀ ਹੈ ਕਿਆ ਉਹ ਐਸਓਪੀ
ਜਸਟੀਫਾਈ ਕਰ ਪਾਏਗੀ ਉਸ ਸਟੂਡੈਂਟ ਨੂੰ ਐਮਬੈਸੀ ਆਫੀਸਰ ਦੇ ਸਾਹਮਣੇ। ਸੋ ਆਪਾਂ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਹਾਂ, ਟਰਾਂਸਪੇਰੈਂਸੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਇਸ ਚੀਜ਼ ਦੇ ਵਿੱਚ। ਠੀਕ ਹੈ। ਸੈਪਟੈਂਬਰ ਇਨਟੇਕ ਦੇ ਲਈ ਸਮਾਂ ਹੈ ਸਟੂਡੈਂਟਸ ਦੇ ਕੋਲ? ਯੈਸ ਆਫ ਕੋਰਸ ਸੈਪਟੈਂਬਰ ਇਨਟੇਕ ਦੇ ਲਈ ਸਮਾਂ ਹੈ ਹਜੇ ਵੀ। ਅਗਰ ਤੁਹਾਡੇ ਕੋਲ ਫੀਸ ਰੈਡੀ ਹੈ ਜਾਂ ਤੁਸੀਂ ਰਿਫਿਊਜ਼ਡ ਹੋ ਚੁੱਕੇ ਹੋ, ਤੁਹਾਡੇ ਕੋਲ ਆਫਰ ਲੈਟਰ ਅਵੇਲੇਬਲ ਹੈ, ਉਹ ਸਾਰੇ ਸਟੂਡੈਂਟਸ ਨੂੰ ਵੈਲਕਮ ਹੈ। ਤੁਸੀਂ ESS ਗਲੋਬਲ ਦੀ ਟੀਮ ਨੂੰ ਕੰਟੈਕਟ ਕਰੋ ਐਂਡ ਤੁਹਾਨੂੰ ਕੋਈ ਨਾ ਕੋਈ ਸੋਲੂਸ਼ਨ ਸੈਪਟੈਂਬਰ 23 ਇਨਟੇਕ ਦਾ ਐਂਡ ਫਾਈਲ ਟਾਈਮਲੀ ਸਬਮਿਟ ਕਰਨ ਦਾ ਤੁਹਾਨੂੰ ਮੌਕਾ ਦੇਗੀ। ਐਂਡ ਹਜੇ ਵੀ ਸਾਡੇ ਕੋਲ ਟਾਈਮ ਹੈ ਕਿ ਆਪਾਂ ਐਮਬੈਸੀ ਦੇ ਵਿੱਚ ਫਾਈਲ ਸਬਮਿਟ ਕਰਕੇ ਵਿਦਿਨ 12 to 15 ਡੇਜ਼ ਦੇ ਵਿੱਚ ਆਪਾਂ ਰਿਜ਼ਲਟ ਲੈ ਸਕਦੇ ਹਾਂ। 10 ਅਗਸਤ ਨੂੰ ਬਹੁਤ ਸਾਰੇ ਸਟੂਡੈਂਟਸ ਫਾਈਲ ਲਾਉਣ ਦਾ ਪਲਾਨ ਕਰ ਰਹੇ ਆ, ਬਹੁਤ ਸਾਰੇ ਕੰਸਲਟੈਂਟ ਨੇ ਉਹਨਾਂ ਨੂੰ ਇੰਤਜ਼ਾਰ ਕਰਨ ਲਈ ਕਿ PT ਵਾਲਾ ਬੱਚਾ ਸੀ, ਟੋਇਫਲ ਵਾਲਾ ਸੀ, ਜਾਂ ਇੱਕ ਮੋਡਿਊਲ 5.5 ਵਾਲਾ ਬੱਚਾ ਸੀ। ਕੀ ਉਹ ਬੱਚੇ ਜਿਹੜੇ 10 ਅਗਸਤ ਤੋਂ ਬਾਅਦ ਫਾਈਲ ਲਾਉਣਗੇ ਜਾਂ 10 ਅਗਸਤ ਨੂੰ ਫਾਈਲ ਲਾਉਣਗੇ, ਚਾਂਸਸ ਹੈ ਉਹਨਾਂ ਨੂੰ ਸੈਪਟੈਂਬਰ ਇਨਟੇਕ ਮਿਲਣਗੇ ਜਾਂ ਫਿਰ ਜੈਨ ਦੀ ਦੌੜ ਦੇ ਵਿੱਚ ਦੌੜਨਗੇ ਉਹ ਬੱਚੇ? ਦੇਖੋ ਜੀ, ਇਟ ਡਿਪੈਂਡਸ ਵੀਜ਼ਾ ਆਫਿਸਰ ਦੇ ਉੱਪਰ। ਅਗਰ ਤੁਸੀਂ 10 ਅਗਸਤ ਤੋਂ ਬਾਅਦ ਫਾਈਲ ਲਗਾਉਂਦੇ ਹੋ, ਅਗਰ ਤੁਹਾਡਾ ਸੈਪਟੈਂਬਰ ਦੇ ਵਿੱਚ ਇਨਟੇਕ ਓਪਨ ਹੋ ਰਿਹਾ 5th ਸੈਪਟੈਂਬਰ ਨੂੰ ਜਾਂ 25th ਸੈਪਟੈਂਬਰ ਨੂੰ, ਸੋ ਤੁਹਾਡਾ ਵੀਜ਼ਾ ਕਿੰਨੀ ਜਲਦੀ ਆ ਰਿਹਾ ਹੈ ਆਫਟਰ ਸਬਮਿਸ਼ਨ। ਕੁਝ ਸਟੂਡੈਂਟਸ ਇੱਦਾਂ ਦੇ ਵੀ ਹੈ, ਲੱਕੀਲੀ ਸਟੂਡੈਂਟਸ ਜਿਨ੍ਹਾਂ ਦਾ ਇੱਕ ਹਫਤੇ ਦੇ ਵਿੱਚ ਰਿਜ਼ਲਟ ਆ ਰਿਹਾ ਹੈ। ਸਾਡੇ ਕੋਲ ਇਹੋ ਜਿਹੇ ਵੀ ਕੇਸਿਸ ਹੈ ਜਿਨ੍ਹਾਂ ਦਾ 12 ਤੋਂ 15 ਦਿਨ ਦੇ ਵਿੱਚ ਰਿਜ਼ਲਟ ਆ ਰਿਹਾ ਹੈ ਔਰ ਜਿਨ੍ਹਾਂ ਦਾ 5 ਦਿਨਾਂ ਦੇ ਵਿੱਚ ਵੀ ਰਿਜ਼ਲਟ ਆ ਰਿਹਾ ਹੈ। ਸੋ ਅਗਰ ਡਿਪੈਂਡ ਕਰਦਾ ਕਿ ਤੁਹਾਡਾ ਅਗਰ ਰਿਜ਼ਲਟ ਆ ਰਿਹਾ ਟਾਈਮਲੀ 30 ਸਤੰਬਰ ਤੱਕ, ਫਿਰ ਤਾਂ ਤੁਹਾਡੇ ਡੈਫਰਮੈਂਟ ਦੇ ਚਾਂਸਸ ਹੈ ਨਹੀਂ। ਤੁਸੀਂ ਸੇਮ ਇਨਟੇਕ ਦੇ ਲਈ ਆਪਾਂ ਅਪਲਾਈ ਕਰ ਸਕਦੇ ਹਾਂ, ਆਈ ਮੀਨ ਗੋ ਥਰੂ ਕਰ ਸਕਦੇ ਹਾਂ, ਐਨਰੋਲਮੈਂਟ ਕਰ ਸਕਦੇ ਹਾਂ। ਬਟ ਅਗਰ ਨਹੀਂ ਆਉਂਦਾ ਹੈ 30 ਸਤੰਬਰ ਤੱਕ, ਫਿਰ ਸਾਨੂੰ ਡੈਫਰਮੈਂਟ ਪਾਣੀ ਪਏਗੀ ਜਨਵਰੀ ਦੀ। ਠੀਕ ਹੈ। ਹੁਣ ਜੇ ਆਪਾਂ ਜੈਨ ਇਨਟੇਕ ਦੀ ਗੱਲ ਕਰੀਏ, ਹੁਣ ਜੈਨ ਇਨਟੇਕ ਲਈ ਜਿੱਦਾਂ ਅਸੀਂ ਜੁਲਾਈ ਦੇ ਵਿੱਚੋਂ ਲੰਘਦੇ ਪਏ ਹਾਂ, ਹਨਾ, ਤਾਂ ਆਪਾਂ ਸਿੱਧਾ ਦੇਖੀਏ ਵੀ ਸਾਡੇ ਕੋਲ 5 ਮਹੀਨੇ ਤਾਂ ਆਰਾਮ ਨਾਲ ਹੈਗੇ ਨੇ ਜੁਲਾਈ ਇਨਟੇਕ ਦੇ ਲਈ। ਇੱਕ ਬੰਨੇ ਤੁਸੀਂ ਇਹ ਕਹਿੰਦੇ ਹੋ ਕਿ 15 ਤੋਂ 20 ਦਿਨਾਂ ਦੇ ਵਿੱਚ ਰਿਜ਼ਲਟ ਆਉਂਦਾ ਹੈ, ਦੂਜੇ ਪਾਸੇ ਤੁਸੀਂ ਅੱਜ ਇਹ ਕਹਿ ਰਹੇ ਹੋ ਵੀ ਅਸੀਂ ਹੁਣੇ ਵੀ ਜੈਨ ਦੇ ਲਈ ਅਪਲਾਈ ਕਰ ਸਕਦੇ ਹਾਂ। ਹੁਣ ਇਹ ਵੀ ਸਟੂਡੈਂਟ ਦੀ ਕੈਟਾਗਰੀ ਤੇ ਡਿਪੈਂਡ ਹੈ, ਕੋਰਸਾਂ ਤੇ ਡਿਪੈਂਡ ਹੈ, ਇਹਦੇ ਪਿੱਛੇ ਦਾ ਕੁਝ ਹੋਰ ਮਾਜਰਾ ਹੈ ਵੀ ਕਿਹਨੂੰ ਪਹਿਲਾਂ ਫਾਈਲ ਲਾਉਣੀ ਚਾਹੀਦੀ ਹੈ, ਕਿਹਨੂੰ ਬਾਅਦ ਦੇ ਵਿੱਚ ਫਾਈਲ ਲਾਉਣੀ ਚਾਹੀਦੀ ਹੈ? ਜੀ ਦੇਖੋ, ਕੈਨੇਡਾ ਬਹੁਤ ਅਲੱਗ ਤਰੀਕੇ ਨਾਲ ਚੱਲ ਰਿਹਾ ਹੈ। ਆਸਟ੍ਰੇਲੀਆ ਦੀ ਤਰ੍ਹਾਂ ਨਹੀਂ ਜਾਂ UK ਦੀ ਤਰ੍ਹਾਂ ਨਹੀਂ, ਕੈਨੇਡਾ ਦੇ ਵਿੱਚ ਬੱਚਿਆਂ ਦੇ ਜਾਣ ਦੀ ਹੋੜ ਬਹੁਤ ਹੈ। ਐਂਡ ਐਵਰੀ ਸਟੂਡੈਂਟ, ਹਰ ਇੱਕ ਘਰ ਦੇ ਵਿੱਚ ਇੱਕ ਇਹੋ ਜਿਹਾ ਬੱਚਾ ਹੈਗਾ ਜੋ ਕੈਨੇਡਾ ਜਾਣ ਦੇ ਸੁਪਨੇ ਲੈ ਰਿਹਾ ਹੈ। ਤੇ ਜੋ ਯੂਨੀਵਰਸਿਟੀਜ਼ ਐਂਡ ਕਾਲਜਿਸ ਨੇ, ਜੋ ਰੈਪਿਊਟਡ ਨੇ ਪਬਲਿਕ ਕਾਲਜਿਸ ਐਂਡ ਯੂਨੀਵਰਸਿਟੀਜ਼, ਉਹਨਾਂ ਦਾ ਕੀ ਹੈ, ਉਹ ਇੱਕ ਸਾਲ ਪਹਿਲਾਂ ਕਲੋਜ਼ ਹੋਣੇ ਸ਼ੁਰੂ ਹੋ ਜਾਂਦੇ ਆ। ਐਂਡ ਅਗਰ ਮੈਂ ਜਨਵਰੀ ਦੀ ਗੱਲ ਕਰਾਂ, 40 to 50% ਜਨਵਰੀ ਦੇ ਲਈ ਕੋਰਸਿਸ ਕਲੋਜ਼ ਹੋ ਰਹੇ ਨੇ, ਓਪਨ ਹੋ ਕੇ ਵੀ। ਐਂਡ ਕੈਨੇਡਾ ਦੇ ਵਿੱਚ May 24 ਔਰ September 24 ਵੀ ਕਾਫੀ ਸਾਰੇ ਕਾਲਜਿਸ ਆ ਓਪਨ ਹੋ ਚੁੱਕੇ ਆ। ਸੋ ਵਨ ਆਫ ਦ ਰੈਪਿਊਟਡ ਯੂਨੀਵਰਸਿਟੀ ਆਫ ਕੈਨੇਡਾ ਵੈਸਟ, ਜਿਹਦੀ ਡੈਡਲਾਈਨ ਹੈ 25 ਜੁਲਾਈ, ਲਾਸਟ ਐਪਲੀਕੇਸ਼ਨ ਸਬਮਿਟ ਕਰਨ ਦੀ ਜਨਵਰੀ 24 ਦੇ ਲਈ। ਐਂਡ ਉਸ ਤੋਂ ਬਾਅਦ ਉਹ ਆਪਣਾ April 24 ਇਨਟੇਕ ਸਟਾਰਟ ਕਰ ਦੇਣਗੇ। ਔਰ ਤੁਸੀਂ ਖੁਦ ਸੋਚੋ, ਉਹਨਾਂ ਦੇ ਕੋਲ ਐਪਲੀਕੇਸ਼ਨਸ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਕਿੰਨੀਆਂ ਆ ਰਹੀਆਂ ਨੇ ਔਰ ਉਹ ਓਵਰ ਅਚੀਵ ਕਰ ਰਹੇ ਹੈ। ਜਿੰਨੇ ਹਾਇਰ ਐਜੂਕੇਸ਼ਨ ਨੇ, ਜਿੰਨੇ ਵੱਡੇ ਅਦਾਰੇ ਨੇ, ਉਹਨਾਂ ਦੀਆਂ ਉਨੀ ਛੇਤੀ ਸੀਟਾਂ ਫੁੱਲ ਹੋ ਰਹੀਆਂ ਨੇ। ਓਕੇ, ਤਾਂ ਉਹ ਡਿਪੈਂਡ ਕਰਦਾ ਵੀ ਸਟੂਡੈਂਟ ਨੇ ਕਿਹੜੇ ਉਹਦੇ ਲਈ ਜਾਣਾ ਹੈ, ਕੋਰਸ ਲਈ ਜਾਣਾ ਹੈ ਔਰ ਕਿਹੜੇ ਇੰਸਟੀਚਿਊਟ ਦੇ ਵਿੱਚ ਜਾਣਾ ਹੈ, ਤਾਂ ਕਿ ਪਹਿਲਾਂ ਅਪਲਾਈ ਕੀਤਾ। ਜੀ ਬਿਲਕੁਲ, ਸਟੂਡੈਂਟਸ ਨੂੰ ਇਹ ਖਿਆਲ ਰੱਖਣਾ ਚਾਹੀਦਾ ਕਿ ਸਿਰਫ ਫਾਈਲ ਸਬਮਿਸ਼ਨ ਕਰਨ ਦੇ ਲਈ ਬਹੁਤ ਸਾਰਾ ਟਾਈਮ ਨਹੀਂ ਹੈ, ਬਟ ਜਦੋਂ ਆਪਾਂ ਐਪਲੀਕੇਸ਼ਨ ਇੱਕ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਪਾਣੀ ਹੈ ਤਾਂ ਉਹ ਵੀ ਬਹੁਤ ਮਾਇਨੇ ਰੱਖਦਾ, ਬਿਕੋਜ਼ ਸੀਟਸ ਆਰ ਗੈਟਿੰਗ ਕਲੋਜ਼ ਡੇ ਬਾਈ ਡੇ ਐਂਡ ਬਹੁਤ ਛੇਤੀ ਫਿਲ ਹੋ ਰਹੀਆਂ ਨੇ। ਐਂਡ ਜਦੋਂ ਵੀ ਯੂਨੀਵਰਸਿਟੀ ਔਰ ਕਾਲਜ ਦੇ ਵਿੱਚ ਐਪਲੀਕੇਸ਼ਨ ਸਬਮਿਟ ਕਰਦੇ ਆ, ਉਹ ਵੀ ਆਪਣਾ ਇੱਕ ਟਾਈਮ ਲੈਂਦੇ ਨੇ 6 to 8 ਵੀਕਸ ਦਾ ਆਫਰ ਲੈਟਰ ਇਸ਼ੂ ਕਰਨ ਦੇ ਲਈ। ਸੋ ਉਹ ਟਾਈਮ ਪੀਰੀਅਡ ਵੀ ਵਿੱਚ ਇਨਕਲੂਡ ਕਰਨਾ ਚਾਹੀਦਾ। ਤੁਸੀਂ ਇਹਨਾਂ ਨੰਬਰਸ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਜੁੜ ਸਕਦੇ ਹੋ। ਬਾਕੀ ESS ਗਲੋਬਲ ਦੀਆਂ ਸਕਸੈਸ ਸਟੋਰੀ ਦੇਖਣ ਦੇ ਲਈ ਤੁਸੀਂ ਸੋਸ਼ਲ ਮੀਡੀਆ ਦੇ ਇਹਨਾਂ ਦੇ ਕਿਸੇ ਵੀ ਪਲੇਟਫਾਰਮ ਦੇ ਉੱਪਰ ਇਹਨਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਐਪਲੀਕੇਸ਼ਨ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਹਾਂ। ਸਵਾਲ ਇੱਥੇ ਵੀ ਪੁੱਛਣਾ ਬਹੁਤ ਜ਼ਰੂਰੀ ਹੈ ਕਿ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ ਆਪਣੀ ਐਪਲੀਕੇਸ਼ਨ ਅਪਲਾਈ ਕਰਨ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਆਪਣੇ ਜ਼ਿਹਨ ਦੇ ਵਿੱਚ ਰੱਖਣੀਆਂ ਚਾਹੀਦੀਆਂ। ਜਦੋਂ ਕਿਸੇ ਕੰਸਲਟੈਂਟ ਦੀਆਂ ਪੌੜੀਆਂ ਚੜ੍ਹ ਰਿਹਾ ਤਾਂ ਉਹਦੇ ਕੋਲ ਕਿਹੜੇ ਇਹੋ ਜਿਹੇ ਸਟੂਡੈਂਟ ਦੇ ਮਨ 'ਚ ਸਵਾਲ ਹੋਣੇ ਚਾਹੀਦੇ ਨੇ, ਕਿਉਂਕਿ ਆਮ ਤੌਰ ਤੇ ਅਸੀਂ ਇਹ ਚੀਜ਼ ਦੇਖਦੇ ਹਾਂ, ਸਟੂਡੈਂਟ ਕੰਸਲਟੈਂਟ ਕੋਲ ਚਲਾ ਜਾਂਦਾ ਹੈ, ਜੀ ਤੁਸੀਂ ਮੇਰੇ ਰੱਬ ਹੋ, ਜੋ ਕਰ ਦੋਗੇ ਤੁਸੀਂ ਕਰ ਦੋਗੇ, ਮੈਨੂੰ ਨਹੀਂ ਪਤਾ ਮੇਰੇ ਇੰਨੇ % ਹੈ ਕਿ ਮੈਂ ਇੰਨੇ ਬੈਂਡ ਸਕੋਰ ਲਿਆ ਤੇ ਤੁਸੀਂ ਕੋਰਸ ਦੇ ਦਿਓ, ਤੁਸੀਂ ਆਹ ਚੀਜ਼ਾਂ ਕਰ ਦਿਓ। ਐਸੇ ਕੇਸਿਸ 'ਚ ਅਸੀਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਸਟੂਡੈਂਟ ਦਾ ਫਿਊਚਰ ਖਰਾਬ ਹੋਇਆ, ਰਿਜੈਕਸ਼ਨ ਆਈ, ਬੱਚਿਆਂ ਨੂੰ ਪਤਾ ਹੀ ਨਹੀਂ ਸੀ ਕੀ ਡਾਕੂਮੈਂਟ ਲੱਗੇ, ਜਦੋਂ ਕੰਸਲਟੈਂਟ ਚੇਂਜ ਕੀਤਾ ਤਾਂ ਬੱਚੇ ਬੈਨ ਹੋ ਗਏ ਕੈਨੇਡਾ ਤੋਂ। ਤਾਂ ਇਸ ਤੋਂ ਵਧੀਆ, ਔਰ ਇੱਕ ਕੇਸ ਅਸੀਂ ਇਹ ਵੀ ਸੁਣਿਆ ਸੀ ਕਿ ਤਕਰੀਬਨ 700 ਸਟੂਡੈਂਟ ਜਿਹੜਾ ਕੈਨੇਡਾ ਤੋਂ ਵਾਪਸ ਡਿਪੋਰਟ ਕਰਨ ਦੀ ਕਗਾਰ ਤੇ ਵੀ ਆਇਆ, ਤਾਂ ਉਹ ਵੀ ਕਿਤੇ ਨਾ ਕਿਤੇ ਫੇਕ ਡਾਕੂਮੈਂਟੇਸ਼ਨ ਉਹਦਾ ਪਿੱਛੇ ਰੀਜ਼ਨ ਹੈਗਾ ਸੀਗਾ। ਅੱਜ ਕਿਹੜੀਆਂ ਚੀਜ਼ਾਂ ਨੇ ਜਿਹੜੀ ਮੈਡਮ ਸ਼ਿਵਾਨੀ ਰਿਕਮੈਂਡ ਕਰਦੀ ਹੈ ਸਟੂਡੈਂਟਸ ਨੂੰ ਵੀ ਐਪਲੀਕੇਸ਼ਨ ਲਾਉਣ ਤੋਂ ਪਹਿਲਾਂ ਆਹ ਗੱਲਾਂ ਜਿਹੜੀਆਂ ਨੇ ਸੋਚ ਲਓ ਤੇ ਆਹ ਗੱਲਾਂ ਪਰਖ ਕੇ ਕੰਸਲਟੈਂਟ ਨੂੰ ਆਪਣੀ ਫਾਈਲ ਫੜਾਇਓ, ਅਦਰਵਾਈਜ਼ ਉਹਨਾਂ ਦੇ ਚੇਅਰ ਤੋਂ ਉੱਠ ਕੇ ਤੁਸੀਂ ਕਿਸੇ ਹੋਰ ਦਫ਼ਤਰ 'ਚ ਚਲ ਜਾਇਓ?
ਦੇਖੋ ਸਾਰਿਆਂ ਨੂੰ ਪਤਾ ਹੈ ਅੱਜ ਦਾ ਜੋ ਸਿਨੈਰੀਓ ਚੱਲ ਰਿਹਾ ਕੈਨੇਡਾ ਨੂੰ ਲੈ ਕੇ ਉਹ ਬਹੁਤ ਹੀ ਅੱਛਾ ਚੱਲ ਰਿਹਾ ਐਂਡ ਸਟੂਡੈਂਟਸ ਦੇ ਬਹੁਤ ਅੱਛੇ ਵੀਜ਼ਾਸ ਆ ਰਹੇ ਹੈ ਬਟ ਕਿਤੇ ਨਾ ਕਿਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਅਗਰ ਉਹ ਵੀਜ਼ਾਸ ਆ ਰਹੇ ਹੈ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਤੁਹਾਡੀ ਐਸਓਪੀ ਕੀ ਤੁਹਾਨੂੰ ਜਸਟੀਫਾਈ ਕਰ ਰਹੀ ਹੈ ਇੱਕ ਆਫੀਸਰ ਦੇ ਸਾਹਮਣੇ ਉਹ ਬਹੁਤ ਜ਼ਰੂਰੀ ਹੈ ਪਰ ਜੇ ਤੁਹਾਡਾ ਕੋਰਸ ਹੀ ਸਹੀ ਨਹੀਂ ਹੋਇਆ ਤਾਂ ਤੁਹਾਨੂੰ ਵੀਜ਼ਾ ਵੀ ਕਿੱਥੋਂ ਮਿਲੇਗਾ ਐਂਡ ਜਦੋਂ ਵੀ ਤੁਸੀਂ ਕਿਸੇ ਏਜੰਟ ਕੋ ਜਾਂਦੇ ਹੋ ਸਭ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਇੱਕ ਟਰਾਂਸਪੇਰੈਂਸੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇੱਕ ਏਜੰਟ ਔਰ ਸਟੂਡੈਂਟ ਦੇ ਵਿੱਚ ਜਦੋਂ ਵੀ ਏਜੰਟ ਤੁਹਾਨੂੰ ਕੋਈ ਕੋਰਸ ਰਿਕਮੈਂਡ ਕਰਦਾ ਹੈ ਜਾਂ ਤੁਹਾਨੂੰ ਕੋਈ ਕੋਰਸ ਦਿੰਦਾ ਹੈ ਤਾਂ ਕਿਆ ਤੁਹਾਨੂੰ ਉਹ ਕਾਲਜ ਔਰ ਯੂਨੀਵਰਸਿਟੀ ਜਾਂ ਜੋ ਕੋਰਸ ਦੇ ਰਿਹਾ ਹੈ ਕਿਆ ਤੁਹਾਨੂੰ ਉਸ ਦੇ ਲਈ ਦਿਖਾ ਰਿਹਾ ਤੁਹਾਡੀ ਵੈਬਸਾਈਟ ਓਪਨ ਕਰਕੇ ਕਿ ਸੀ ਦਿਸ ਇਜ਼ ਦਾ ਕੋਰਸ ਐਂਡ ਦਿਸ ਇਜ਼ ਅ ਕਾਲਜ ਐਂਡ ਇਹਦੇ ਕੋਰਸ ਕੰਟੈਂਟ ਬੇਟਾ ਤੁਹਾਡੇ ਲਈ ਆ ਹੋਣਗੇ ਜੋ ਤੁਹਾਨੂੰ ਅੱਗੇ ਸਟੱਡੀ ਦੇ ਵਿੱਚ ਤੁਸੀਂ ਕਰੋਗੇ ਐਂਡ ਕੈਰੀਅਰ ਓਪਰਚੁਨਿਟੀਜ਼ ਇਸ ਕੋਰਸ ਦੀਆਂ ਤੁਹਾਨੂੰ ਉਸ ਤੋਂ ਬਾਅਦ ਕੀ ਹੋਣਗੀਆਂ ਸੋ ਜਦੋਂ ਇੱਕ ਏਜੰਟ ਤੁਹਾਨੂੰ ਪੂਰੀ ਸਾਰੀ ਪਿਕਚਰ ਦੀ ਕਲੀਅਰ ਦਿਖਾ ਦਿੰਦਾ ਹੈ ਤੇ ਮੈਨੂੰ ਲੱਗਦਾ ਉਹ ਟਰਾਂਸਪੇਰੈਂਸੀ ਔਰ ਜੋ ਰਿਲੇਸ਼ਨ ਹੈ ਬਹੁਤ ਅੱਛਾ ਬਿਲਡ ਅਪ ਹੋ ਜਾਂਦਾ ਹੈ ਸਟੂਡੈਂਟ ਦੇ ਨਾਲ ਐਂਡ ਉੱਥੇ ਕੋਈ ਧੋਖਾਧੜੀ ਦਾ ਮਾਮਲਾ ਨਹੀਂ ਹੁੰਦਾ ਐਂਡ ਜਦੋਂ ਵੀ ਐਪਲੀਕੇਸ਼ਨ ਸਬਮਿਟ ਹੁੰਦੀ ਹੈ ਉਹ ਏਜੰਟ ਨੂੰ ਵੀ ਮੇਲ ਆਉਂਦੀ ਹੈ ਔਰ ਸਟੂਡੈਂਟ ਨੂੰ ਵੀ ਉਹਨਾਂ ਦੀ ਈਮੇਲ ਆਈਡੀ ਤੇ ਮੇਲ ਆਉਂਦੀ ਹੈ ਕਿ ਦੈਟ ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਚੁੱਕੀ ਹੈ ਤੇ ਅਗਰ 2 ਹਫ਼ਤਿਆਂ ਦੇ ਵਿੱਚ ਅਗਰ ਸਟੂਡੈਂਟ ਨੂੰ ਕੋਈ ਮੇਲ ਨਹੀਂ ਆ ਰਹੀ ਤਾਂ ਕੋਈ ਨਾ ਕੋਈ ਗੜਬੜ ਹੈਗੀ ਹੈ ਜੋ ਸਟੂਡੈਂਟ ਨੂੰ ਮੇਲ ਨਹੀਂ ਆ ਰਹੀ ਤਾਂ ਉਹ ਏਜੰਟ ਨੂੰ ਸੰਪਰਕ ਕਰ ਸਕਦਾ ਹੈ ਕਈ ਵਾਰ ਇਹ ਵੀ ਹੁੰਦਾ ਹੈ ਕਿ ਏਜੰਟ ਨੂੰ ਵੀ ਉਹ ਮੇਲ ਆਈ ਹੁੰਦੀ ਹੈ ਤੇ ਏਜੰਟ ਅੱਗੇ ਫਾਰਵਰਡ ਕਰ ਸਕਦਾ ਟਰਾਂਸਪੇਰੈਂਸੀ ਦੇ ਲਈ ਕਿ ਬੇਟਾ ਇਹ ਤੁਹਾਡੀ ਮੇਲ ਆਈ ਸੀ ਤੁਹਾਡੀ ਐਪਲੀਕੇਸ਼ਨ ਸਬਮਿਟ ਹੋ ਚੁੱਕੀ ਹੈ ਦੂਸਰਾ ਜਿਹੜਾ 700 ਸਟੂਡੈਂਟਸ ਨੂੰ ਡਿਪੋਰਟ ਹੋਣ ਦੀ ਕਗਾਰ ਤੇ ਆ ਗਏ ਸੀਗੇ ਉਹ ਵੀ ਕਿਤੇ ਨਾ ਕਿਤੇ ਇਹੀ ਸੀਗਾ ਕਿ ਟਰਾਂਸਪੇਰੈਂਸੀ ਨਹੀਂ ਸੀਗੀ ਉਹਨਾਂ ਦੇ ਵਿੱਚ ਜਦੋਂ ਵੀ ਉਹਨਾਂ ਨੇ ਕੋਰਸ ਆਪਣਾ ਅਪਲਾਈ ਕੀਤਾ ਇੱਕ ਅੱਖਾਂ ਬੰਦ ਕਰਕੇ ਏਜੰਟ ਦੇ ਉੱਪਰ ਟਰਸਟ ਕਰ ਲਿਆ ਕਿ ਸਾਨੂੰ ਕੁਝ ਵੀ ਦੇ ਰਹੇ ਆ ਤੇ ਆਪਾਂ ਉਸ ਕੋਰਸ ਨੂੰ ਲੈ ਕੇ ਆਪਾਂ ਦੇਖਿਆ ਨਹੀਂ ਆਪਾਂ ਉਹਦੀ ਵੈਬਸਾਈਟ ਨਹੀਂ ਓਪਨ ਕਰਕੇ ਦੇਖੀ ਜਾਂ ਉਹ ਆਫਰ ਲੈਟਰ ਆਪਾਂ ਕਦੀ ਕਾਲਜ ਨੂੰ ਕਾਲ ਕਰਕੇ ਨਹੀਂ ਦੇਖਿਆ ਕਿ ਸਾਡਾ ਉਹ ਆਫਰ ਲੈਟਰ ਜੈਨੂਇਨ ਹੈ ਜਾਂ ਨਹੀਂ ਹੈ ਜਾਂ ਸਾਨੂੰ ਕਦੀ ਮੇਲ ਨਹੀਂ ਆਈ ਉਹਨਾਂ ਨੇ ਕਦੀ ਆਪਣੀ ਈਮੇਲ ਆਈਡੀ ਚੈੱਕ ਨਹੀਂ ਕਰਕੇ ਦੇਖੀ ਜਿਨ੍ਹਾਂ ਦੇ ਉਹਨਾਂ ਨੂੰ ਹੁਣ ਇਸ ਟਾਈਮ ਤੇ ਫੇਸ ਕਰਨਾ ਪਿਆ ਇੰਨੀ ਸਾਰੀ ਚੀਜ਼ਾਂ ਨੂੰ ਠੀਕ ਹੈ ਸੋ ESS ਗਲੋਬਲ ਤੁਹਾਨੂੰ ਬਹੁਤ ਸਾਰੀ ਟਰਾਂਸਪੇਰੈਂਸੀ ਦਿੰਦਾ ਹੈ ਤੁਹਾਡੀ ਐਪਲੀਕੇਸ਼ਨ ਸਬਮਿਟ ਹੁੰਦੀ ਹੈ ਜਦੋਂ ਉਸ ਤੋਂ ਬਾਅਦ ਤੁਹਾਡੀ ਟਿਊਸ਼ਨ ਫੀਸ ਕਿੱਥੇ ਜਾ ਰਹੀ ਹੈ ਕਿਹੜੇ ਅਕਾਊਂਟ ਤੋਂ ਜਾ ਰਹੀ ਹੈ GIC ਦੀ ਫੀਸ ਕਿਹੜੇ ਅਕਾਊਂਟ ਚੋਂ ਜਾ ਰਹੀ ਹੈ ਪੂਰੀ ਟਰਾਂਸਪੇਰੈਂਸੀ ਹੈ ਇੱਥੇ ਅਲੱਗ-ਅਲੱਗ ਟੀਮਾਂ ਨੇ ਜੋ ਐਡਮਿਸ਼ਨ ਕਰਦੀ ਹੈ ਜੋ ਤੁਹਾਡੀ ਵੀਜ਼ਾ ਫਾਈਲ ਕਰਦੀ ਹੈ ਤੁਹਾਡੀ ਵੀਜ਼ਾ ਫਾਈਲ ਦੇ ਵਿੱਚ ਕਿਹੜੇ-ਕਿਹੜੇ ਡਾਕੂਮੈਂਟ ਸਬਮਿਟ ਹੋ ਰਹੇ ਨੇ ਪੂਰੀ ਟਰਾਂਸਪੇਰੈਂਸੀ ਹੁੰਦੀ ਹੈ ਕਿਤੇ ਨਾ ਕਿਤੇ ਮੈਂ ਇਹ ਵੀ ਦੇਖਿਆ ਜਦੋਂ ਬੱਚੇ ਰਿਫਿਊਜ਼ਡ ਹੋ ਕੇ ਆ ਜਾਂਦੇ ਸੀਗੇ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਸੀ ਕਿ ਆਪਾਂ ਵੀਜ਼ਾ ਦੇ ਵਿੱਚ ਡਾਕੂਮੈਂਟ ਕਿਹੜੇ ਸਬਮਿਟ ਕੀਤੇ ਨੇ ਬਹੁਤ ਸ਼ੁਕਰੀਆ ਮੈਡਮ ਗੱਲਬਾਤ ਕਰਨ ਦੇ ਲਈ ਨਾਲ ਜੁੜਨ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ YouTube ਤੇ ਉਡਾਰੀ ਵਿਦੇਸ਼ਾਂ ਨੂੰ ਇਹ ਪ੍ਰੋਗਰਾਮ ਨੂੰ ਵੀ ਦੇਖ ਸਕਦੇ ਹੋ ਕਮੈਂਟ ਕਰਕੇ ਆਪਣਾ ਫੀਡਬੈਕ ਦੇਣਾ ਸਾਨੂੰ ਬਿਲਕੁਲ ਵੀ ਨਾ ਭੁੱਲਿਓ ਅਸੀਂ ਫਿਰ ਤੋਂ ਹਾਜ਼ਰ ਹੋਵਾਂਗੇ ਅਗਲੇ ਐਕਸਪਰਟ ਦੇ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ